इस प्रोग्राम के प्रायोजक ने जाप ट्रकिंग तो कुलदीप सिंह बड़ैच। सतनाम वाहिगुरु जियो। मन चाहो पया प्रभ आगम सुनिया। हर मंगल गाओ सखी गृह मंदर बनिया। हर गाओ मंगल नित सखिए। सोग दुख न व्यापै गुर चरण लागे। दिन सपागे अपना पिर जापे। वै परगट्यो मर्द अगमड़ा। वै परगट्यो वै परगट्यो मर्द अगमड़ा। वरियाम अकेला वाह वाह गोबिंद सिंह आपे गुर चेला। सत्कारयोग गुरु सवारी साध संगत जीओ। सतगुरां दी महान महान बख्शिश किरपा वाल आज दिन है जदों सतगुरु धन गुरु गोबिंद सिंह सच्चे पातशाह महाराज गुरु तेग बहादुर पातशाह महाराज जी दे ते माता गुजर कौर दे सपुत्र बन के पटना साहिब बिहार की धरती ते प्रकाश होया। सतगुरां दे इस प्रकाश पुरब नूं लैके दुनिया भर अंदर कलगियां वाले पातशाह जी दे गुण गाए जा रहे हैं। आपां गुरुद्वारा सिख कल्चर सोसाइटी न्यूयॉर्क के इस पवित्र स्थान तो बहुत सारिया संगतां आप सतगुरां दे चरनां विच आके बैठे हो, कीर्तन सरवण कीता है। पर मीडिया दे राहीं ग्लोबल पंजाब यूट्यूब चैनल राहीं इस नूं दूर दुराडे तक सतगुरां दे गुण गायन दा वसीला सबब बनाया। आप सारे जिथे भी बैठे हो, चाहे सतगुरु की खजोरी अंदर शरीर करके इत्थे, चाहे सुरत करके बाहर बैठे हो, सारे धन गुरु गोबिंद सिंह पातशाह जी दे पवित्र चरनां विच ध्यान जोड़िए। फतेह बुलाण तो बाद एक अधी पंक्ति आपां गावांगे। गाई दा तां ही गुरु के प्यारिओ महाराज जी की हाजरी महसूस करनी हुंदी है। जे अंदर प्यार नेत्र बंद नाले गुरबाणी गावांगे तो महाराज उन्हां दी किरपा महसूस होएगी। वो ही करन वास्ते आ सारे खीले वसीले किए जाते हैं। सतगुरां दा जिथे नां ने ना वखरे वखरे बाला प्रीतम चोजी प्रीतम सरबंस सुदानी कलगियां वाला बातां वाला
ਉੱਚੇ ਗੁਰੂ ਕੀ ਜੋਤ ਨੂੰ ਆਪਾਂ ਯਾਦ ਕਰਾਂਗੇ ਭਈ ਇਹ ਸੁੱਖ ਬਣ ਕੇ ਇਸ ਘਰ ਵਿੱਚ ਆਇਆ ਹੈ, ਜਗਤ ਵਿੱਚ ਵੀ ਤੇ ਸਾਡੇ ਹਿਰਦਿਆਂ 'ਚ ਆਵੇ। ਆਓ ਪਹਿਲਾ ਫਤਿਹ ਬੁਲਾਈਏ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਮਿਲ ਕੇ ਕੇਵਲ ਇੱਕ ਦੋ ਵਾਰ ਗਾਓ ਜੀ। ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਕਰ ਆਇਆ ਪਿਆਰਾ ਵਜੀ ਵਧਾਈ, ਕਰ ਆਇਆ ਪਿਆਰਾ ਵਜੀ ਵਧਾਈ, ਕਰ ਆਇਆ ਕਰ ਆਇਆ ਪਿਆਰਾ ਵਜੀ ਵਧਾਈ, ਕਰ ਆਇਆ ਪਿਆਰਾ ਵਜੀ ਵਧਾਈ, ਕਰ ਆਇਆ ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਸਤਿਗੁਰਾਂ ਦਾ ਪਵਿੱਤਰ ਬਚਨ, ਖੋਏ ਪਾਪ ਭਏ ਸਭ ਪਾਪਨ, ਜਨ ਨਾਨਕ ਸੁਖ ਕਰ ਆਇਆ। ਪਿਆਰਿਓ ਜਰਾ ਧਿਆਨ ਕਰਨਾ, 10 ਗੁਰੂ ਸਾਹਿਬਾਨਾਂ ਵਿੱਚੋਂ ਪਹਿਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦੀ ਕਥਾ ਨੂੰ ਆਪ ਲਿਖਿਆ ਹੈ। ਇਹ ਵੀ ਪਹਿਲੀ ਵਾਰ ਇਹ ਸਤਿਗੁਰਾਂ ਨੇ ਉਸ ਕਥਾ ਨੂੰ ਕਾਵ ਰੂਪ ਦੇ ਅੰਦਰ ਲਿਖਿਆ ਹੈ। ਤੀਸਰਾ, ਇਹ ਵੀ ਪਹਿਲੀ ਵਾਰ ਹੈ ਕਿ ਗਰੀਬ ਨਵਾਜ਼ ਪਾਤਸ਼ਾਹ ਨੇ ਇਹ ਜਦੋਂ ਚੋਲਾ ਧਾਰਨ ਕੀਤਾ ਹੈ, ਜਦੋਂ ਮਾਤਾ ਗੁਜਰੀ ਦੇ ਪੁੱਤ ਬਣ ਆਏ, ਸਾਡੇ ਗੁਰੂ ਨਾਨਕ ਪਿਤਾ ਦੀ ਜੋਤ ਦੇ 10ਵੇਂ ਮਾਲਕ ਬਣ ਕੇ ਆਏ। ਇਹ ਸਰੀਰ ਧਾਰਨ ਕਰਨ ਤੋਂ ਪਹਿਲਾਂ ਦੀ ਕਥਾ ਉਹ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਬਚਿੱਤਰ ਨਾਟਕ ਵਿੱਚ ਆਪ ਅੰਕਿਤ ਕੀਤੀ ਹੈ। ਸੁਣਨਾ ਜਰਾ, ਸਤਿਗੁਰੂ ਗਰੀਬ ਨਵਾਜ਼ ਪਿਤਾ ਮਹਾਰਾਜ ਜੀ ਦੀ ਵਡਿਆਈ ਜੋਤ ਉਹੀ ਹੈ। ਪਹਿਲੇ ਜਾਪੇ ਵਿੱਚ ਇਸ਼ਾਰਾ ਸੀ, ਹੋਂ ਟਾਡੀ ਬੇਕਾਰ ਕਾਟੈ ਲਾਇਆ, ਰਾਤ ਦੇਖੈ ਕੈ ਵਾਰ ਧੁਰੁ ਫੁਰਮਾਇਆ, ਢਾਡੀ ਸੱਚੇ ਮੈਲ ਖਸਮ ਬੁਲਾਇਆ। ਵੀ ਸਾਨੂੰ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਦਰਗਾਹ ਵਿੱਚ ਬੁਲਾ ਕੇ ਜੋ ਬਚਨ ਕੀਤੇ ਉਹ ਪੁਰਾਤਨ ਜਨਮ ਸਾਖੀਆਂ ਵਿੱਚ ਮਿਲਦੇ ਨੇ। ਜਨਮ ਸਾਖੀਆਂ ਦੇ ਬਚਨ ਬਾਅਦ ਵਿੱਚ ਪਿਆਰਿਆਂ ਨੇ ਲਿਖੇ, ਗੁਰਬਾਣੀ ਵਿੱਚ ਇਸ਼ਾਰਾ। ਇੱਥੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਆਪਣੇ ਬਚਨਾਂ ਨੂੰ ਆਪ ਲਿਖਦੇ ਹਨ। ਕਮਾਲ ਦੀ ਖੇਡ ਤੇਰਾ ਸੁਣਨਾ, ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਬਿਦ ਮੈਂ ਜੇ ਬਿਦ ਮੋਇ ਆਨੋ। ਤਪ ਕਰ ਰਹੇ ਸਾਂ, ਭਗਤੀ ਕਰ ਰਹੇ ਸਾਂ, ਜਿਵੇਂ ਨਿਰੰਕਾਰ ਨੇ ਸਾਨੂੰ ਲਿਆਂਦਾ। ਹੇਮਕੁੰਟ ਪਰਬਤ ਕਹਿ ਜਾਹਾ, ਸਪਤ ਸੁਰਿੰਗ ਸੋਬਤ ਕਹਿ ਤਾਹਾ। ਕਹਿੰਦੇ ਸਪਤ ਸੁਰਿੰਗ ਤੇ ਨਾਮ ਕਹਾਵਾ, ਪੰਡ ਰਾਜ ਜੈ ਜੋ ਕਮਾਵਾ। ਹੇਮਕੁੰਟ ਸਾਹਿਬ ਉਸ ਸਥਾਨ ਤੇ ਜਿਹਨੂੰ ਸਪਤ ਸੁਰਿੰਗ ਕਿਹਾ ਜਾਂਦਾ ਹੈ, ਉਹ ਜਗ੍ਹਾ ਤੇ ਅਸਾਨੀ ਤੈ ਖਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੇ। ਇਹ ਬਿਦ ਕਰਤ ਤਪੱਸਿਆ ਭਇਓ ਦੁਐ ਤੇ ਏਕ ਰੂਪ ਖੋਇ ਗਇਓ। ਦੋ ਪਾਸੇ ਵਿਖਾਰ ਰਹੇ ਨੇ ਸਤਿਗੁਰੂ ਜੀ ਨੇ। ਕਹਿੰਦੇ ਇੱਕ ਪਾਸੇ ਅਸੀਂ ਜਪ ਤਪ ਕਰ ਰਹੇ ਸਾਂ, ਭਗਤੀ ਵਿੱਚ ਲੀਨ ਸਾਂ, ਇਨੀ ਨਿਰੰਕਾਰ ਨੇ ਭਗਤੀ ਕਰਵਾਏ, ਦੋ ਤੋਂ ਇੱਕ ਰੂਪ ਖੋ ਗਏ।
ਕਹਿਣ ਨੂੰ ਸਾਂ ਕੇਵਲ ਨਿਰੰਕਾਰ ਖੋਰ ਏ ਤੇ ਸਾਡੀ ਆਤਮਾ ਖੋਰ ਏ। ਪਰ ਇੱਕੋ ਸਾਂ ਮੈਂ ਪਰਸੋਂ ਵੀ ਇੱਕ ਬੇਨਤੀ ਕੀਤੀ ਸੀ, ਜੇਕਰ ਹੁਣ ਮਨ ਜਾਣਨਾ ਚਾਹਵੇ, ਸਤਿਗੁਰੂ ਜੀ ਹੇਮਕੁੰਟ ਸਾਹਿਬ ਜਦ ਭਗਤੀ ਕਰਦੇ ਸਨ ਉਦੋਂ ਕੀ ਨਾਂ ਸਾਨੇ, ਕਿੰਨੀ ਉਮਰਾਂ ਸਾਨੇ, ਕਿੰਨੇ ਸਦੀਆਂ ਭਗਤੀ ਕੀਤੀ? ਜਵਾਬ ਕੋਈ ਨਹੀਂ। ਜਵਾਬ ਜੋ ਹੈ ਉਸ ਮੰਡਲ ਦਾ, ਉਸ ਰੂਹਾਨੀਅਤ ਦੇ ਮੰਡਲ ਵਿੱਚ ਪਹੁੰਚ ਕੇ ਹੀ ਸਮਝਿਆ ਜਾ ਸਕਦਾ ਏ, ਇੱਥੇ ਨਹੀਂ। ਮੈਂ ਪਰਸੋਂ ਥੋੜ੍ਹਾ ਇਸ਼ਾਰਾ ਕੀਤਾ ਸੀ, ਪਿਆਰਿਓ, ਉੱਚੇ ਮੰਡਲਾਂ ਦੀਆਂ ਬਾਤਾਂ ਸੁਰਤੀ ਨੂੰ ਉੱਚਾ ਲਿਜਾ ਕੇ ਸਮਝੀਆਂ ਜਾ ਸਕਦੀਆਂ ਨੇ। ਆਪਾਂ ਐਵੇਂ ਸਮਝਣ ਦਾ ਯਤਨ ਕਰੀਏ, ਐਵੇਂ ਇੱਛੇ ਮਾਰਾਂਗੇ ਇੱਕ ਦੂਸਰੇ 'ਚ ਟੱਕਰ ਨਹੀਂ, ਉਹਦੇ ਨਾਲ ਨਹੀਂ ਪਤਾ ਲੱਗਣਾ। ਪਰ ਜੋ ਇਸ ਜਗਤ ਵਿੱਚ ਆ ਕੇ ਕੀਤਾ ਆਪਾਂ ਉਹਨੂੰ ਸਮਝ ਲਈਏ, ਜੋ ਉਹਨਾਂ ਦਾ ਹੁਕਮ ਹੈ। ਸਾਹਿਬ ਕਹਿੰਦੇ ਅਸੀਂ ਦੋ ਤੋਂ ਇੱਕ ਰੂਪ ਖੋ ਗਏ। ਜਦੋਂ ਖੋਏ ਇੱਕ ਰੂਪ, ਇੱਕ ਵਾਰਾ ਨਹੀਂ, ਗੁਰਬਾਣੀ 'ਚ ਤੁਹਾਨੂੰ ਬਹੁਤ ਵਾਰੀ ਬਚਨ ਮਿਲੇਗਾ। ਹੁਣ ਜੇ ਗੁਰੂ ਤੇਗ ਬਹਾਦਰ ਸਾਹਿਬ, ਚਲੋ ਹੇਮਕੁੰਟ ਸਾਹਿਬ ਦੀ ਬਾਤ ਨਹੀਂ ਪੈ ਰਹੀ, ਇਸ ਜਨਮ ਤੋਂ ਪਹਿਲਾਂ ਦੀ ਨਹੀਂ, ਇਹ ਜਨਮ ਦੀ ਹੈ। ਸਾਹਿਬ ਕਹਿੰਦੇ ਜੋ ਪੁਰਾਣੀ ਨਿਸ ਦਿਨ ਭਜੈ, ਜਿਹੜਾ ਦਿਨ ਰਾਤ ਸਾਈਂ ਦਾ ਸਿਮਰਨ ਕਰਦਾ, ਰੂਪ ਰਾਮ ਤੇ ਜਾਨ, ਉਹ ਰੱਬ ਦਾ ਰੂਪ ਹੈ। ਕਹਿੰਦੇ ਰੂਪ ਹੈ ਨਹੀਂ, ਕਹਿੰਦੇ ਹੋਰ ਸੁਣੋ, ਹਰ ਜਨ ਹਰ ਅੰਤਰ ਨਖੀ ਨਾਨਕ ਸਾਚੇ, ਮਾਨ ਰੱਬ ਤੇ ਉਹਦੇ ਪਿਆਰੇ ਵਿੱਚ ਕੋਈ ਫਰਕ ਨਹੀਂ, ਇੱਕੋ ਹੈ। ਹੁਣ ਤੁਸੀਂ ਦੱਸੋ ਮੈਨੂੰ, ਇਹੋ ਜਿਹੀ ਕੋਈ ਆਤਮਾ ਸਾਡੇ ਤੇ ਤੁਹਾਡੇ ਦਰਮਿਆਨ ਲਿਆ ਕੇ ਖੜੀ ਕਰ ਦਿੱਤੀ ਜਾਵੇ, ਅਸੀਂ ਕਹਾਂਗੇ ਆ ਜੇ ਰੱਬ ਤੇ ਆ ਉਹਦਾ ਰੂਪ, ਕੀ ਬਾਕੀ ਮੰਨ ਲੈਣਗੇ? ਕਹਾਂਗੇ ਲੈ ਇਹ ਬੰਦਾ ਥੋੜਾ ਰੱਬ ਹੋ ਸਕਦਾ ਏ, ਇਹ ਤੇ ਬੰਦਾ ਏ, ਤੇ ਮੇਰਾ ਰਿਸ਼ਤੇਦਾਰ, ਇਹ ਮੇਰਾ ਮਿੱਤਰ ਏ, ਫਲਾਣੀ ਜਗ੍ਹਾ ਦਾ ਰਹਿਣ ਵਾਲਾ, ਇਹਦਾ ਜੀਵਨ ਜਾਣਦੇ ਹਾਂ, ਚੰਗਾ ਜਾਂ ਮਾੜਾ ਕੁਛ ਵੀ ਕਹਾਂਗੇ, ਭਰੋਸਾ ਨਹੀਂ ਨਾ ਕਰ ਸਕਾਂਗੇ, ਕਿਉਂਕਿ ਬਾਹਰਲੀ ਅੱਖ ਨਾਲ ਕਿਸੇ ਨੂੰ ਵੀ ਸਮਝਿਆ ਨਹੀਂ ਜਾ ਸਕਦਾ। ਜੇ ਬਾਹਰਲੀ ਅੱਖ ਸਮਝ ਸਕਦੀ ਹੋਵੇ ਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਬਿਤਾਲਾ ਹੀ ਕਹਿੰਦੇ। ਜੇ ਸਮਝਣ ਵਾਲੇ ਹੁੰਦੇ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜਗਤ ਤੇ ਆ ਕੇ ਪ੍ਰਤੱਖ ਕਲਾ ਵਰਤ ਰਹੀ ਹੈ, ਪਹਾੜੀ ਰਾਜੇ ਉਹਨਾਂ ਨੂੰ ਖਤਮ ਕਿਉਂ ਕਰਨਾ ਚਾਹੁੰਦੇ ਨੇ? ਔਰੰਗਜ਼ੇਬ ਜਾਂ ਅਨੇਕਾਂ ਲੋਕ ਕਿਉਂ ਮੁਕਾਉਣਾ ਚਾਹੁੰਦੇ? ਵੇਖਣ ਵਾਲੀ ਅੱਖ ਨਹੀਂ ਹੈ। ਜਿਹਦੇ ਕੋਲ ਅੱਖ ਹੈ ਉਹ ਕੁਝ ਹੋਰ ਤਰ੍ਹਾਂ ਵੇਂਦੇ। ਇੱਕ ਵਾਰ ਨਾ ਜਹਾਂਗੀਰ ਨੇ ਸਾਈਂ ਮੀਰ ਨਾਲ ਗਿਲਾ ਕੀਤਾ ਸੀ, ਕਹਿਣ ਲੱਗੇ ਜਰਾ ਇੱਥੇ ਖਲੋਣਾ ਚਾਹਨਾ, ਕਿਉਂਕਿ ਗੱਲਾਂ ਮਨਾਂ ਵਿੱਚ ਆਉਂਦੀਆਂ ਨੇ, ਸਪਸ਼ਟ ਹੋ ਕੇ ਤੁਰੋ। ਜੋ ਸਤਿਗੁਰ ਕਹਿੰਦੇ ਨੇ ਸੱਤ ਹੈ, ਗੁਰੂ ਕੇ ਪਿਆਰਿਓ, ਉਹਦੇ 'ਚ ਕੋਈ ਸ਼ੱਕ ਨਹੀਂ। ਪਿਆਰ ਨਾਲ ਉਹਦੇ ਸਾਹਮਣੇ ਚਰਨਾਂ ਸਿਰ ਝੁਕਾਈਏ, ਸਮਝਣ ਦਾ ਯਤਨ ਕਰੀਏ ਉਹਨਾਂ ਕੁ ਜਿੰਨਾ ਕੁ ਰੱਬ ਨੇ ਸਾਡੀ ਸਮਝ ਗੋਚਰੇ ਪਾਈ ਹੈ। ਸਾਈਂ ਮੀਆਂ ਮੀਰ ਨੂੰ ਕਹਿਣ ਲੱਗਾ, ਬਾਦਸ਼ਾਹ ਅਸੀਂ ਤੁਹਾਡੇ ਮੁਰੀਦ ਆ, ਏਡੀ ਵੱਡੀ ਤਾਕਤ ਸਾਡੇ ਕੋਲ, ਲੱਖਾਂ ਲੋਕ ਤੁਹਾਡੇ ਚਰਨਾਂ ਵਿੱਚ ਆ ਕੇ ਝੁਕਦੇ, ਪਰ ਮੈਨੂੰ ਚੰਗਾ ਨਹੀਂ ਲੱਗਦਾ। ਤੁਸੀਂ ਜਦੋਂ ਪੰਚਮ ਪਿਤਾ ਨਾਲ ਦੋਸਤੀ ਪਾਈ, ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਅਸੀਂ ਉਹਨਾਂ ਨੂੰ ਕੈਦੀ ਵੀ ਬਣਾਇਆ, ਤੁਸੀਂ ਉਹਨਾਂ ਨੂੰ ਜਾ ਕੇ ਨਮਸਕਾਰ ਕਰਦੇ ਹੋ, ਉਹਨਾਂ ਦੇ ਚਰਨਾਂ ਵਿੱਚ ਝੁਕਦੇ ਹੋ। ਸਾਡੇ ਸਭ ਤੋਂ ਉੱਚੇ ਪੀਰ ਤੁਸੀਂ ਕਿਉਂ ਝੁਕਦੇ ਹੋ? ਉਹ ਤੇ ਸਿੱਖਾਂ ਦੇ ਪੀਰ ਹਨ। ਸਾਈਂ ਅਮੀਰ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਇਹ ਬੰਦੇ ਦੀ ਬਦਕਿਸਮਤੀ ਹੈ। ਇਹ ਕਿਸੇ ਆਦਮੀ ਨੂੰ ਜਦੋਂ ਵੇਖਦਾ ਹੈ ਨਾ, ਸਿੱਧਾ ਨਹੀਂ ਵੇਖਦਾ ਕਿ ਰੱਬ ਦਾ ਜਾਇਆ ਇਨਸਾਨ, ਪਹਿਲਾਂ ਵੇਖਦਾ ਕਿਹੜੇ ਧਰਮ ਨਾਲ ਸੰਬੰਧਿਤ, ਕਿਹੜੇ ਦੇਸ਼ ਨਾਲ। ਇਹਨੂੰ ਸਿੱਧਾ ਵੇਖਣਾ ਹੀ ਨਹੀਂ ਆਉਂਦਾ। ਇਹ ਵੇਖਦਾ ਏ, ਇਹ ਬੰਦੇ ਕਿਸੇ ਦੀ ਗੱਲ ਕਰੋ, ਇਹ ਕਿਹੜੇ ਦੇਸ਼ ਦਾ, ਕਿਹੜੀ ਕੌਮ ਦਾ, ਕਿਹੜੀ ਸੰਸਥਾ ਦਾ, ਇਹਨਾਂ 'ਚ ਉਲਝ ਕੇ ਰਹਿ ਜਾਏਗਾ। ਬੰਦਾ ਕੇਵਲ ਬੰਦਾ ਹੈ। ਸਰਦਾਰ ਸੋਭਾ ਸਿੰਘ ਨੇ ਕਿਤਾਬ ਲਿਖੀ ਵਾਹਿਗੁਰੂ ਦੀ ਕਲਾ, ਬਹੁਤ ਪਿਆਰੀ ਕਿਤਾਬ। ਆਪਣੇ ਜੀਵਨ ਵਿੱਚ ਉਹਨੇ ਆਪਣੇ ਜੀਵਨ ਦੀਆਂ ਘਟਨਾਵਾਂ ਲਿਖੀਆਂ। ਕਹਿੰਦੇ ਨਿਰੰਕਾਰ ਮਨੁੱਖ ਨੂੰ ਮਨੁੱਖ ਬਣਾਉਣਾ ਚਾਹੁੰਦਾ ਹੈ। ਸਤਿਗੁਰੂ ਜੀ ਵੀ ਕਿਰਪਾ ਕਰਕੇ ਇਨਸਾਨ ਨੂੰ ਪੂਰਾ ਇਨਸਾਨ ਬਣਾਉਂਦੇ, ਪਰ ਬੰਦਾ ਕਿਸੇ ਕੁਝ ਹੋਰ ਹੀ ਬਣ ਜਾਂਦਾ, ਲੇਬਲ ਲਾ ਦਿੰਦਾ ਹੈ, ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਫਲਾਣਾ ਹੈ। ਨਹੀਂ ਗੁਰੂ ਕੇ ਪਿਆਰਿਓ, ਉਹ ਕਹਿਣ ਲੱਗਾ, ਸਾਈਂ ਮੀਆਂ ਮੀਰ ਕਹਿੰਦਾ, ਬਾਦਸ਼ਾਹ ਸਲਾਮਤ, ਮੈਨੂੰ ਪੁੱਛ ਭਈ ਕੌਣ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ? ਉਹ ਸਿੱਖਾਂ ਦੇ ਗੁਰਦੇਵ ਨਹੀਂ,
ਉਹ ਹਿੰਦੂਆਂ ਨੂੰ ਥੋੜਾ ਪਿਆਰ ਤੇ ਮੁਸਲਮਾਨਾਂ ਨੂੰ ਨਫ਼ਰਤ ਕਰਨ ਵਾਲਾ ਕੋਈ ਪੀਰ ਨਹੀਂ ਹੋ। ਮੇਰੀ ਅੱਖ ਤੈਨੂੰ ਜਵਾਬ ਦਿੰਦਾ ਕੀ ਵੇਖ ਰਹੀ। ਜਦੋਂ ਅੱਲਾਹ ਤਾਲਾ ਦੇ ਚਰਨਾਂ ਨਾਲ ਜੁੜਦੇ ਆ ਸੁਰਤ ਉਡਾਰੀ ਮਾਰਦੀ ਏ। ਅੱਲਾਹ ਦੇ ਦਰਬਾਰ 'ਤੇ ਜਦੋਂ ਪਹੁੰਚਦਾ ਵਾ ਅੱਲਾਹ ਦੇ ਤਖਤ ਦੇ ਉੱਪਰ ਗੁਰੂ ਹਰਗੋਬਿੰਦ ਪਾਤਸ਼ਾਹ ਬੈਠੇ ਹੁੰਦੇ ਨੇ। ਅੱਲਾਹ ਹੈ ਇਸ ਦੁਨੀਆ ਵਾਲਿਆਂ ਨੇ ਨਾ ਕੇਵਲ ਗੁਰੂ ਹਰਗੋਬਿੰਦ ਪਾਤਸ਼ਾਹ ਰੱਖਿਆ, ਉਹਨਾਂ ਨੂੰ ਦਿਸ ਰਿਹਾ ਗੁਰੂ ਕੇ ਪਿਆਰਿਓ। ਹੋਰ ਇਸੇ ਤਰ੍ਹਾਂ ਹੀ ਪੀਰ ਬੁੱਧੂ ਸ਼ਾਹ ਨੇ ਬਾਤ ਦੀਆਂ ਗੱਲਾਂ ਧਿਆਨ ਨਾਲ ਤੋੜਿਆ ਕਰੋ। ਕੋਈ ਆਉਂਦਾ ਨਮਸਕਾਰ ਕਰਨ, ਤੁਸੀਂ ਉਧਰ ਧਿਆਨ ਕਰ ਲੈਂਦੇ ਹੋ। ਸਾਰੀ ਗੱਲ ਇੱਥੇ ਧਿਆਨ ਦੀ ਹੈ। ਧਿਆਨ ਵਿੱਚ ਹੀ ਬੈਠੇ ਕਲਗੀਆਂ ਵਾਲੇ ਜਿਨ੍ਹੇ ਆਉਣਾ ਸੀ ਜਗਤ ਤੇ ਜਿਨ੍ਹਾਂ ਦੇ ਘਰ ਆਉਣਾ, ਉਹ ਦੋਨੋਂ ਜੋੜੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਬਾਬਾ ਬਕਾਲਾ ਸਾਹਿਬ ਜੁੜ ਕੇ ਬੈਠੇ ਨੇ। ਜਿਹਦੇ ਘਰ ਆਉਣਾ ਉਹ ਵੀ ਭਗਤੀ 'ਚ ਲੱਗੇ ਜੁੜੇ ਹੋਏ, ਜਿਨ੍ਹੇ ਆਉਣਾ ਉਹ ਵੀ ਜੁੜਿਆ, ਤੇ ਜਿਨ੍ਹੇ ਹੁਣ ਸੁੱਖ ਲੈਣਾ ਉਹ ਵੀ ਜੁੜੇਗਾ ਤੇ ਮਿਲੇਗਾ ਨਾ। ਮੈਂ ਬੇਨਤੀ ਕਰਦਾ ਸਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਕੇ ਪਿਆਰਿਓ, ਉਹ ਕਹਿੰਦੇ ਕਨ ਇੱਕ ਰੂਪ ਸਾਂ। ਪੀਰ ਬੁੱਧੂ ਸ਼ਾਹ ਨੂੰ ਕਿਹਾ, ਪੀਰ ਬੁੱਧੂ ਸ਼ਾਹ ਉਹ ਕਲਗੀਆਂ ਵਾਲੇ ਤੋਂ 2 ਪੁੱਤਰ ਵਾਰ ਕੇ ਆ ਗਿਆ, ਤੇਰੇ ਭਰਾ ਕਿੰਨਾ ਪਰਿਵਾਰ ਦੇ ਮੈਂਬਰ ਮਾਰੇ ਗਏ ਤੇ ਤੂੰ ਕਿਉਂ ਤੇ ਸਿੱਖਾਂ ਦੇ ਨਹੀਂ। ਕਹਿਣ ਲੱਗੇ ਮੈਨੂੰ ਪੁੱਛੋ। ਉਹਨੇ ਕੀ ਦਿੱਤਾ ਸੀ? ਮਹਾਰਾਜ ਨੇ ਪ੍ਰਸੰਨ ਹੋ ਕੇ ਕੀ ਦਿੱਤਾ ਸੀ? ਇੱਕ ਦਸਤਾਰ ਕੇਸ ਵਾਰ ਸਨ। ਮਹਾਰਾਜ ਜੀ ਕੋਲੋਂ ਕੰਘਾ ਮੰਗਿਆ, ਉਹਦੇ ਵਿੱਚ ਥੋੜੇ ਕੇਸ ਸਨ ਤੇ ਕੰਘਾ ਦੇ ਦਿੱਤਾ। ਆ ਕੰਘਾ ਹੀ ਲਿਆਂਦਾ ਹੀ। ਕਹਿਣ ਲੱਗਾ ਮੇਰੀ ਅੱਖ ਨਾਲ ਵੇਖੋ, ਇਹ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਜੋ ਕੰਘਾ ਜੋ ਕੇਸ ਦਿੱਤੇ, ਦਸਤਾਰ ਦਾ ਟੁਕੜਾ ਦਿੱਤਾ, ਇਹ ਮਹਾਰਾਜ ਜੀ ਨੇ ਮੈਨੂੰ ਕੇਵਲ ਕੰਘਾ ਨਹੀਂ ਦਿੱਤਾ, ਇਹ ਕੇਸ ਨਹੀਂ ਕੇਵਲ ਥੋੜੇ ਜਿਹੇ ਦਿੱਤੇ, ਦਸਤਾਰ ਦਾ ਟੁਕੜਾ ਨਹੀਂ। ਮੈਨੂੰ ਪੁੱਛੋਗੇ ਇਸ ਦਸਤਾਰ ਦੇ ਟੁਕੜੇ ਵਿੱਚ ਜੋ ਬਖਸ਼ਿਸ਼ ਜੋ ਮਿਹਰ ਮੇਰੀ ਅੱਖ ਵੇਖਦੀ ਏ। ਪੀਰ ਬੁੱਧੂ ਸ਼ਾਹ ਦੀ ਅੱਖ ਨਾਲ ਵੇਖੋ, ਇਹ ਦਸਤਾਰ ਦਾ ਟੁਕੜਾ ਸਿਰ ਨਹੀਂ ਢੱਕਦਾ। ਇਹ ਦਸਤਾਰ ਦੇ ਟੁਕੜੇ ਦੀ ਕੀਮਤ ਕੋਈ 2-4 ਰੁਪਏ ਨਹੀਂ, 2-4 ਕਰੋੜ ਜਾਂ ਅਰਬਾਂ ਖਰਬਾਂ 'ਚ ਵੀ ਨਹੀਂ ਪਾਈ ਜਾ ਸਕਦੀ। ਇਹ ਦਸਤਾਰ ਦਾ ਟੁਕੜਾ ਉਹ ਹੈ ਜਿਹਦੇ ਨਾਲ ਪੀਰ ਬੁੱਧੂ ਸ਼ਾਹ ਇਹਦੇ ਪਰਿਵਾਰ ਦੀ ਪੱਤ ਉਹਨੇ ਢੱਕ ਲਈ ਨਹੀਂ। ਕਹਿਣ ਲੱਗੇ ਕੇਵਲ ਮੇਰੀ ਨਹੀਂ, ਮੇਰੇ ਪਰਿਵਾਰ ਦੀ ਨਹੀਂ, ਮੇਰੇ ਕੁੱਲ ਦੀ ਨਹੀਂ। ਕਲਗੀਆਂ ਵਾਲੇ ਨੇ ਇੱਕ ਦਸਤਾਰ ਦਾ ਟੁਕੜਾ ਦੇ ਕੇ ਮੇਰੀਆਂ 21 ਕੁਲਾਂ ਦੇ ਪਰਦੇ ਕੱਜ ਲਏ ਨੇ। ਉਹ ਅੱਖ ਗੁਰੂ ਕੇ ਪਿਆਰੇ ਜਦੋਂ ਬਣੇਗੀ ਤੇ ਕਹਾਣੀ ਸਤਿਗੁਰਾਂ ਦੇ ਚਰਨਾਂ ਵਿੱਚ ਪਿਆਰ ਨਾਲ ਜੁੜੇਗੀ। ਮੈਂ ਗੱਲ ਕਰ ਰਿਹਾ ਸਾਂ, ਕਲਗੀਆਂ ਵਾਲੇ ਪਿਤਾ ਜੀ ਆਖਦੇ ਨੇ, ਉਹ ਕਹਿੰਦੇ ਅਸੀਂ ਦੁਆ ਤੇ ਇੱਕ ਰੂਪ ਖੋਏ ਗਏ ਹੋ, ਇੱਕ ਰੂਪ ਖੋ ਗਏ ਸਾਂ। ਨਿਰੰਕਾਰ ਦੀ ਆਰਾਧਨਾ ਕਰਦੇ ਆ, ਉਹਨਾਂ ਦਾ ਹੁਕਮ ਖੋਇਆ। ਕਹਿਣ ਲੱਗੇ ਜਗਤ ਤੇ ਜਾਣਾ ਹੈ, ਅਸਾਂ ਹੱਥ ਜੋੜੇ ਇੰਨਾ ਸੁੱਖ ਤੇ ਆਨੰਦ ਦੇਣ ਵਾਲਿਆ ਦੁੱਖਾਂ ਭਰਿਆ ਜਗਤ ਵਿੱਚ ਕਿਉਂ ਤੋਰਨਾ ਚਾਹੁੰਦਾ ਏ। ਅਸਾਂ ਬੇਨਤੀ ਕੀਤੀ ਮਹਾਰਾਜ ਨਿਰੰਕਾਰ ਨੂੰ ਜੀ ਇਸੇ ਆਨੰਦ ਵਿੱਚ ਰਹਿਣ ਦਿਓ। ਕਲਗੀਆਂ ਵਾਲੇ ਕਹਿੰਦੇ ਸੀ ਨਾ ਪਤਾ ਕਿਉਂ ਕੀਤੇ, ਜਗਤ ਦੇ ਦੁੱਖ ਤੋਂ ਨਹੀਂ ਘਬਰਾਏ, ਦੂਸਰਿਆਂ ਦੇ ਭਲਾ ਕਰਨ ਤੋਂ ਨਹੀਂ ਘਬਰਾਏ। ਕਾਰਨ ਸੀ ਚਿਤ ਨਾ ਭਇਓ ਖਮਰੋ ਆਵਨ ਕੈ, ਆਉਣਾ ਨਹੀਂ ਸਾ ਚਾਹੁੰਦੇ। ਕਿਉਂ ਜੀ? ਚੁਬੀ ਰਖੀ ਸੁਰਤ ਪ੍ਰਭ ਚਰਨਨ ਮੈਂ। ਜਦੋਂ ਸੁਰਤ ਰੱਬ ਨਾਲ ਜੁੜੀ ਹੋਵੇ ਫਿਰ ਨਹੀਂ ਕਿਧਰੇ ਜਾਣਾ ਚਾਹੁੰਦਾ ਬੰਦਾ, ਫਿਰ ਉੱਥੇ ਹੀ ਟਿਕਿਆ। ਪਰ ਉਹ ਕਹਿੰਦੇ ਉਹਨਾਂ ਨੇ ਸਾਨੂੰ ਸਮਝਾਇਆ, ਜਿਉਂ ਤਿਉਂ ਹਮਕੋ ਸਮਝਾਓ। ਕੀ ਸਮਝਾਇਆ? ਉਸ ਪ੍ਰਭੂ ਨੇ ਸਮਝਾ ਕੇ ਕਹਿਣ ਲੱਗੇ ਦੇਖੋ ਤੁਸੀਂ ਜਗਤ ਤੇ ਤੁਹਾਨੂੰ ਜਾਣਾ ਪੈਣਾ ਹੈ, ਜਗਤ ਅੰਤਾਂ ਦਾ ਦੁਖੀ ਹੈ। ਆਓ ਤੁਹਾਨੂੰ ਪਰਦਾ ਚੁੱਕੀਏ ਤੇ ਦਿਖਾਈਏ ਹਿੰਦੁਸਤਾਨ ਦੇ ਅੰਦਰ ਜਗਤ ਕਿੰਨਾ ਕੁ ਦੁੱਖ ਤੇ ਸੰਤਾਪ ਭੋਗ ਰਿਹਾ ਹੈ। ਕਹਿੰਦੇ ਨਿਰੰਕਾਰ ਨੇ ਕਲਗੀਆਂ ਵਾਲੇ ਤੇ ਬਚਨ ਜੇ ਬਚਿੱਤਰ ਨਾਟਕ ਦੇ ਅੰਦਰ ਬਹੁਤ ਲੰਬਾ ਚੌੜਾ ਵਿਸਤਾਰ ਹੈ। ਰੱਬ ਜੀ ਨੂੰ ਜਦੋਂ ਨਾ ਕੀਤੇ ਇਹ ਨਾ ਪਿਆਰ ਵਾਲੀ ਹੈ, ਇਹ ਹੁਕਮ ਦੀ ਉਲੰਘਣਾ ਵਾਲੀ ਨਹੀਂ, ਜੋੜਿਆ ਜੀ ਜੁੜੇ ਰਹਿਣ ਦਿਓ। ਉਹ ਪਿਆਰ ਵਿੱਚ ਕਹਿੰਦੇ ਨੇ ਅਸੀਂ ਜਿੰਨੇ ਵੀ ਅੱਜ ਤੱਕ ਪਹਿਲਾਂ ਅਵਤਾਰ ਪੀਰ ਪੈਗੰਬਰ ਭੇਜੇ
ਉਹਨਾਂ ਸਾਰ ਨੇ ਰੱਬ ਨਾਲ ਨਹੀਂ ਜੋੜਿਆ, ਆਪੋ ਆਪਣੇ ਪਾਸੇ ਜੋੜ ਕੇ ਰਹਿ ਗਏ। ਕੇਵਲ ਜੋੜਿਆ ਹੀ ਨਹੀਂ ਸਗੋਂ ਵੰਡੀਆਂ ਪੈ ਗਈਆਂ। ਹਜ਼ਰਤ ਮੁਹੰਮਦ ਸਾਹਿਬ ਇੱਕ ਪਾਸੇ ਅੱਧਾ ਹਿੱਸਾ ਵੰਡਿਆ ਗਿਆ, ਰਾਮਚੰਦਰ ਕ੍ਰਿਸ਼ਨ ਜੀ ਨੂੰ ਮੰਨਣ ਵਾਲੇ ਅੱਧੇ ਹੋ ਗਏ। ਇਹਦੇ ਮਨੁੱਖਤਾ ਪਾੜ ਦਿੱਤੀ, ਵੰਡੇ ਗਏ, ਧਰਮ ਦੇ ਨਾਮ ਚੱਲੇ, ਲੋਕਾਂ ਨੇ ਬਹੁਤ ਕੁਝ ਬਣਾ ਦਿੱਤਾ। ਕਲਗੀਆਂ ਵਾਲੇ ਦੇ ਆਪਣੇ ਬਚਨ ਨੇ ਬਾਅਦ ਵਿੱਚ ਜਿਹੜੇ ਉਚਾਰੇ, ਕਹਿੰਦੇ ਨਿਰੰਕਾਰ, ਕਹਿੰਦੇ ਉਹਨਾਂ ਨੇ ਦੋ ਚੀਜ਼ਾਂ, ਪਹਿਲਾ ਜਗਤ ਦਾ ਦੁੱਖ ਦਿਖਾਇਆ, ਫਿਰ ਦੂਜਾ ਕਿਹਾ ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ, ਲੋਕ ਕਬੁੱਧ ਤੇ ਖੋ ਗਏ ਨੇ। ਵਿਖਾਇਆ ਕਿ ਪਰਦਾ ਚੁੱਕਿਆ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੈ, ਜਾਣਦੇ ਹੋ ਨਾ, ਨਾਵੇਂ ਸਤਿਗੁਰਾਂ ਨੂੰ ਸ਼ਹੀਦ ਕਰਨ ਵਾਲਾ ਇਹ ਹੀ ਹੈ। ਉਸ ਤੋਂ ਪਹਿਲਾਂ ਦਾ ਬਣਿਆ ਖੋਇਆ ਹੈ। ਕਹਿਣ ਲੱਗੇ ਔਰੰਗਜ਼ੇਬ ਦਾ ਦਰਬਾਰ ਲੱਗਾ ਹੈ, ਬਹੁਤ ਸਾਰੇ ਲੋਕ ਉਹਦੇ ਦਰਬਾਰ ਵਿੱਚ ਬੈਠੇ ਖੋਏ ਹਨ। ਆਪਾਂ ਜਾਣਨਾ ਹੈ ਸਤਿਗੁਰੂ ਕਲਗੀਆਂ ਵਾਲੇ ਜਗਤ 'ਤੇ ਜਦੋਂ ਆਏ ਕੀ ਕਾਰਨ ਸੀ, ਉਹ ਕਾਰਨ ਦੱਸ ਰਹੇ ਨੇ। ਅੱਜ ਨਾ ਪ੍ਰਕਾਸ਼ ਦਿਖਾੜਾ, ਅੱਜ ਦੇ ਦਿਨ 'ਤੇ ਉਹਨਾਂ ਦੇ ਦਰਸ਼ਨ ਕਰੀਏ, ਉਹਨਾਂ ਦੇ ਆਪਣੇ ਬਚਨਾਂ ਦੇ ਮੁਤਾਬਕ ਕਹਿੰਦੇ ਸਾਡੇ ਆਉਣ ਦਾ ਕਾਰਨ ਸਾਨੂੰ ਔਰੰਗਜ਼ੇਬ ਦਾ ਦਰਬਾਰ ਦਿਖਾਇਆ, ਦਰਬਾਰ ਲਗਾਏ। ਦਰਬਾਰ ਵਿੱਚ ਇੱਕ ਚਿੱਠੀ ਆਉਂਦੀ ਹੈ, ਚਿੱਠੀ ਬਾਦਸ਼ਾਹ ਦੇ ਸਾਹਮਣੇ ਹੁੰਦੀ, ਪੜ੍ਹਨ ਵਾਲਾ ਪੜ੍ਹ ਕੇ ਸੁਣਾਉਂਦਾ ਹੈ, ਹਾਂ ਬਈ ਸੁਣਾ ਕੇ ਦੀ ਚਿੱਠੀ ਤੇਰੇ ਬਾਪ ਸ਼ਾਹ ਖਾਨ ਦੇ, ਸੁਣਾਓ ਕੀ ਕਹਿੰਦਾ ਏ। ਉਹਨੂੰ ਇਹਨੇ ਕੈਦ ਵਿੱਚ ਪਾਇਆ ਸੀ। ਉਹਨੇ ਲਿਖਿਆ ਹੈ, ਪੁੱਤਰ ਮੈਂ ਕੱਲ ਤੱਕ ਹਿੰਦੁਸਤਾਨ ਦਾ ਬਾਦਸ਼ਾਹ ਸਾਂ, ਲੱਖਾਂ ਫੌਜਾਂ ਦਾ ਮਾਲਕ, ਤੂੰ ਕੈਖੋ ਜਾ ਨਿਕੰਮਾ ਪੁੱਤਰ, ਮੈਨੂੰ ਕੈਦ ਵਿੱਚ ਪਾ ਕੇ ਤੂੰ ਤਖਤ 'ਤੇ ਬੈਠਾ ਏ। ਮੈਨੂੰ ਕੈਦ ਵਿੱਚ ਕਿਉਂ ਪਾਇਆ, ਇਹ ਤਾਂ ਤੇਰੇ ਕੋਲ ਜਵਾਬ ਨਹੀਂ। ਮੈਨੂੰ ਖਾਣ ਨੂੰ ਨਹੀਂ ਮਿਲਦਾ, ਪਾਣੀ ਦਾ ਘੁੱਟ ਨਹੀਂ ਮਿਲਦਾ, ਤੇਰੇ ਨਾਲ ਤੂੰ ਹਿੰਦੂ ਪਰਿਵਾਰ ਚੰਗੇ, ਜਿਉਂਦਿਆਂ ਨੂੰ ਵੀ ਪਾਣੀ ਦਿੰਦੇ, ਮੁਰਦਿਆਂ ਨੂੰ ਵੀ, ਮਰ ਚੁੱਕੇ ਪਿੱਤਰਾਂ ਨੂੰ ਵੀ ਪਾਣੀ ਭੇਟ ਕਰਦੇ, ਤੂੰ ਜਿਉਂਦੇ ਬਾਪ ਨੂੰ ਪਾਣੀ ਤੋਂ ਤਰਸਾ ਰਿਹਾ ਹੈ। ਬਾਦਸ਼ਾਹ ਦਾ ਜਵਾਬ ਕੀ, ਜ਼ਾਲਮ ਕਿੰਨਾ ਕੁ ਜ਼ੁਲਮ ਖੋਰਿਆ ਸੀ। ਪਿਆਰਿਓ ਸਤਿਗੁਰੂ ਜੀ ਨੂੰ ਕਿਉਂ ਆ ਕੇ ਇਹਨਾਂ ਕੁਰਬਾਨੀਆਂ ਕਰਨੀਆਂ ਪਈਆਂ, ਕਿਉਂ ਜਗਤ 'ਤੇ ਆਏ, ਸਾਹਿਬ ਉਹਦਾ ਕਾਰਨ ਦੱਸਦੇ। ਹਜ਼ੂਰ ਨੇ ਜੋ ਵਿਖਾਇਆ, ਕਹਿੰਦੇ ਉਹ ਬਾਦਸ਼ਾਹ ਕਹਿੰਦਾ ਬਾਪ ਨੂੰ ਕਹੋ ਪਾਣੀ ਤੇਰੇ ਲਈ ਮੁੱਕ ਗਿਆ, ਜਿਹੜੀ ਆ ਸ਼ਾਹੀ ਨਾਲ ਚਿੱਠੀ ਲਿਖੀ ਆ ਨਾ, ਇਹ ਸ਼ਾਹੀ ਪੀ ਕੇ ਗੁਜ਼ਾਰਾ ਕਰ ਲੈ, ਮੁੜ ਕੇ ਪੁੱਤਰ ਤੋਂ ਪਾਣੀ ਮੰਗਣ ਦੀ ਕੋਸ਼ਿਸ਼ ਨਾ ਕਰੇ। ਇਤਨਾ ਜ਼ਾਲਮ ਉਹਨਾਂ ਚਰਨ ਇੱਕ ਸਿਰ ਆਉਂਦਾ ਹੈ। ਕਹਿਣ ਲੱਗੇ ਬਾਦਸ਼ਾਹ ਸਲਾਮਤ, ਇਹ ਤੁਹਾਡੇ ਭਰਾ ਦਾਰਾ ਦਾ ਸਿਰ ਵੱਢ ਕੇ ਲੈ ਆਂਦਾ ਹੈ। ਕਹਿੰਦਾ ਜਰਾ ਮੂੰਹ ਧੋ ਸਾਫ਼ ਕਰੋ, ਪਛਾਣ ਲਵਾਂ ਭਰਾ ਕਿ ਕਿਸੇ ਹੋਰ ਨੂੰ ਤੇ ਨਹੀਂ ਮਾਰਦੇ ਆਂਦਾ, ਭਰਾ ਨੂੰ ਮਾਰਨਾ ਸੀ। ਧੋਤਾ ਵੇਖਿਆ, ਠੀਕ ਇਹ ਮੇਰਾ ਹੀ ਭਰਾ ਹੈ, ਭਰਾ ਹੈ। ਖੁਸ਼ ਹੋਇਆ, ਕਹਿਣ ਲੱਗੇ ਉਹ ਬਾਪ ਦਾ ਕਾਤਲ ਇੱਕ ਭਰਾ ਦਾ ਨਹੀਂ, ਦੂਸਰੇ ਭਰਾਵਾਂ ਦਾ ਕਾਤਲ। ਖੁਸ਼ੀ ਮਹਿਸੂਸ ਕਰ ਰਿਹਾ, ਉਹਦੀ ਖੋਪੜੀ ਵੇਖ ਕੇ, ਉਹਦਾ ਸਿਰ ਵੇਖ ਕੇ। ਮਸੀਤ ਜਾ ਰਿਹਾ ਮੁੜਨਾ ਸੀ। ਹਜ਼ਾਰਾਂ ਹਿੰਦੂ ਵੀਰ ਖਲੋਤੇ ਨੇ, ਖੱਚ ਜੋੜ ਕੇ ਤਰਲਾ ਕਰਦੇ ਹਨ, ਆਖਦੇ ਨੇ ਔਰੰਗਜ਼ੇਬ ਇਹ ਗਲਤੀ ਹੈ, ਅਸੀਂ ਹਿੰਦੂ ਘਰਾਂ ਵਿੱਚ ਜਨਮ ਲੈ ਲਿਆ, ਸਾਨੂੰ ਹਿੰਦੂ ਖੋਣ ਦਾ ਟੈਕਸ ਦੇਣਾ ਪੈਂਦਾ, ਉਹਨੂੰ ਟੈਕਸ ਨੂੰ ਜਜ਼ੀਆ ਕਹਿੰਦੇ, ਜਜ਼ੀਆ ਦੇਣਾ ਪੈਂਦਾ ਏ। ਅਸੀਂ ਸਾਰੇ ਬਾਦਸ਼ਾਹ ਕੋਲ ਬੇਨਤੀ ਕਰਨਾ ਹੈ, ਆ ਸਾਡਾ ਟੈਕਸ ਇਹ ਹਿੰਦੂ ਖੋਣ ਦਾ ਮਾਫ ਕੀਤਾ ਜਾਵੇ। ਚੀਜ਼ਾਂ 'ਤੇ ਲੱਗਦੇ, ਬੰਦੇ 'ਤੇ ਵੀ ਲੱਗ ਰਿਹਾ, ਇਹਨੂੰ ਮਾਫ ਕੀਤਾ ਜਾਵੇ। ਉਹਦਾ ਜਵਾਬ ਇਹ ਨਹੀਂ ਦਿੰਦਾ ਕਰਾਂਗਾ ਜਾਂ ਵਿਚਾਰ ਕਰਾਂਗਾ ਜਾਂ ਨਹੀਂ ਕਰਾਂਗਾ। ਇਸ਼ਾਰਾ ਕਰਦਾ ਫੌਜਾਂ ਨੂੰ, ਚਾੜ ਦਿਓ ਘੋੜੇ ਤੇ ਖਾਚੀ ਇਹਨਾਂ 'ਤੇ। ਘੋੜੇ ਖਾਚੀ ਚੜ੍ਹਦੇ, ਹਜ਼ਾਰਾਂ ਹਿੰਦੂ ਵੀਰ ਉੱਥੇ ਮੌਤ ਦੇ ਘਾਟ ਉਤਰ ਜਾਂਦੇ। ਨਿਰੰਕਾਰ ਜੀ ਕਹਿਣ ਲੱਗੇ ਕਲਗੀਆਂ ਵਾਲੇ ਨੂੰ, ਆ ਮੇਰੀ ਰਚਨਾ ਇਸ ਤਰ੍ਹਾਂ ਮਾਰੀ ਜਾ ਰਹੀ ਹੈ। ਇੱਕ ਪਾਸੇ ਤਾਂ ਆ ਵੇਖੋ ਬਾਦਸ਼ਾਹ ਦਾ ਇਹ ਹਾਲ ਹੈ, ਦੁਆ ਕਰਦਾ ਨਿਰੰਕਾਰ ਦੇ ਚਰਨਾਂ ਅੰਦਰ ਅੱਲਾਹ ਤਾਲਾ, ਇੱਕ ਹੱਥ ਨਾਲ ਦੁਆ ਤੇ ਦੂਸਰੇ ਹੱਥ ਨਾਲ ਭਰਾਵਾਂ ਦੇ ਕਤਲ, ਪਿਓ ਦਾ ਕਤਲ, ਹਜ਼ਾਰਾਂ ਹਿੰਦੂ ਵੀਰਾਂ ਦੇ ਕਤਲ ਕਰਵਾ ਰਿਹਾ ਹੈ। ਇਹੋ ਜਿਹਾ ਜ਼ਾਲਮ ਨਾ ਬੱਚੀ ਧੀ ਦਾ ਲਿਹਾਜ਼ ਕਰੇ, ਨਾ ਭਰਾਵਾਂ ਦਾ, ਨਾ ਪਿਓ ਦਾ। ਗੁਰੂ ਕੇ ਪਿਆਰਿਓ, ਇੱਕ ਪਾਸੇ ਦੂਸਰਾ ਸੀ ਤਾਕਤਵਰ, ਦੁਨੀਆ ਨੂੰ ਦੁੱਖ ਦੇਣ ਵਾਲੇ ਹਿੰਦੂ ਜਨਤਾ ਦਾ ਮੁਖੀ ਬ੍ਰਾਹਮਣ। ਉਸ ਪਾਪੀ ਨੇ ਦੋਨੋਂ ਪਾਸੇ ਤੋਂ, ਉਧਰੋਂ ਔਰੰਗਜ਼ੇਬ ਮਾਰਦਾ ਹਿੰਦੂ ਵੀਰਾਂ ਨੂੰ,
ब्राह्मण अपनी ही कौम के 4 खिस्से उन्हें कीते होए। गल थोड़ी छोटी करा साहिबां दे प्रकाश पुरब ते साहब कहंदे सी किवें आए, रब ने सानू की दिखाया, की समझाया। इस प्रकाश तो पहला जो कुछ वापरिया वो दसिया। उन्होंने बचन ने पढ़न वाले ने सारे कहंदे ब्राह्मण की करते गुरु के प्यारिओ इन्ने कबूते खो गए। कलगियां वाले का बचन है ना, साहब कहंदे काहू लै पाखन पूज तरियो सिर, काहू लै लिंग गरे लटकायो, काहू लख्यो हर आवाची दिशा में, काहू पचा को शीस निभायो, को भूतान को पूजत है पश, को मेरतान को पूजन तायो, कूर क्रिया उर्जयो सब की जग, श्री भगवान को भेद ना पायो। कोई पत्थरां नूं पूजी जा रहे, कोई शिवलिंग गले च पा के तुर रहे। अवाची दिशा होंदी है दक्षिण वाली साइड। हिंदू वीर कहंदे रब दक्षिण वाल जे, पश्चिम च नहीं जे रहिंदा, उधर ना जाया जे। पश्चिम वाले कहंदे नहीं नहीं, अल्लाह ताला ते पश्चिम विच रहिंदा है। दक्षिण वालिਆਂ ਨੂੰ ਮੰਨਣਾ ਕਿ ਇਹਨੂੰ ਮਾਰ ਮੁਕਾਓ, ਰੱਬ ਦੇ ਜੀਵ ਮਾਰੇ ਜਾ ਰਹੇ ਨੇ। ਪੱਛਮ ਤੇ ਦੱਖਣ ਦਾ ਝਗੜਾ, ਮਸੀਤ ਤੇ ਮੰਦਰ ਦਾ ਝਗੜਾ ਇੰਨਾ ਵੱਧ ਗਿਆ ਹੀ। ਗੁਰੂ ਕੇ ਪਿਆਰਿਓ ਹਿੰਦੂ ਕੌਮ ਨੂੰ ਦੋ ਪਾਸਿਓਂ ਮਾਰ ਪੈ ਰਹੀ ਹੈ। ਇੱਕ ਪਾਸੇ ਤੇ ਮਾਰ ਇਹਨਾਂ ਮੁਗਲਾਂ ਕੋਲੋਂ ਰਾਜ ਭਾਗ ਦੇ ਮਾਲਕ ਨੇ, ਦੂਸਰਾ ਬ੍ਰਾਹਮਣ ਆਪਣੇ ਹੀ ਗੁਰੂ ਕੇ ਪਿਆਰਿਓ ਕੌਮ ਦੇ ਮੈਂਬਰਾਂ ਨੂੰ ਕਿਸੇ ਨੂੰ ਸ਼ੂਦਰ ਕਹਿ ਕੇ ਮੰਦਰ ਤੋਂ ਪਰੇ, ਕਿਸੇ ਨੂੰ ਬੈਸ ਕਹਿ ਕੇ ਪਰੇ, ਕਿਸੇ ਨੂੰ ਖੱਤਰੀ ਕਹਿ ਕੇ ਦੁਰਕਾਰਨਾ ਤੇ ਦਛਨਾ ਪੇਟਾ ਆਪ ਲੈਣੀ। ਇਹਨਾਂ ਮੰਦਾ ਖਾਲ ਕਹਿੰਦੇ ਇੱਕ ਵਾਰ ਇਕੱਠੇ ਹੋ ਗਏ। ਸ੍ਰੀ ਰਾਮ ਚੰਦਰ ਮਹਾਰਾਜ ਦਾ ਰਾਜ ਸੀ ਤੇ ਰਾਜ ਵੇਲੇ ਬ੍ਰਾਹਮਣ ਇਕੱਠੇ ਹੋ ਕੇ ਕਹਿੰਦੇ ਬਹੁਤ ਬੁਰਾ ਪਾਪ ਹੋ ਰਹਾ ਹੈ। ਕਹਿੰਦੇ ਕਿ ਕਹਿਣ ਲੱਗੇ ਕਿ ਸ਼ੂਦਰ ਸੰਭੂਕ ਨਾਮ ਦਾ ਉਹ ਜੰਗਲ 'ਚ ਬੈਠ ਕੇ ਭਗਤੀ ਕਰ ਰਿਹਾ, ਏਡਾ ਵੱਡਾ ਪਾਪ। ਭਗਤੀ ਕਰਨ ਲਈ ਪਹਿਲਾਂ ਜਾਤ ਵੇਖਣੀ ਪੈ ਕੇ ਇਹ ਕਬੁੱਧ ਸਾਜੇ ਕਬੁੱਧ ਕਹਿਣ ਲੱਗੇ ਉਹ ਰੱਬ ਦਾ ਨਾਮ ਲੈ ਰਿਹਾ ਹੈ, ਜੇ ਇਹ ਨਾ ਹਟਾਇਆ ਬੜਾ ਉਪਦਰ ਹੋਏਗਾ, ਸਾਰੀ ਜਨਤਾ ਖਤਮ ਹੋ ਜਾਏਗੀ, ਬੜੇ ਸ਼ਰਾਪ ਲੱਗਣਗੇ, ਬੜੇ ਕਰੋਹ ਆਉਣਗੇ। ਫਿਰ ਕੀ ਕੀਤਾ ਜਾਵੇ ਜੀ? ਆਪਣੇ ਪਵਿੱਤਰ ਹੱਥਾਂ ਨਾਲ ਉਸ ਦਾ ਕਤਲ ਕਰ ਦਿੱਤਾ ਜਾਵੇ। ਉਹਦਾ ਕਸੂਰ ਇਹਵੇ ਉਹ ਕੇਵਲ ਸ਼ੂਦਰਾਂ ਦੇ ਘਰ ਪੈਦਾ ਹੋ ਕੇ ਰੱਬ ਦਾ ਨਾਮ ਲੈ ਰਿਹਾ ਹੈ। ਸਤ ਸੰਗਿਓ ਇਹੋ ਜਿਹਾ ਦੁੱਖ ਹੈ ਕਬੁੱਧੇ ਇਹ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਨੇ ਜਦੋਂ ਆ ਗਏ ਜਗਤ ਤੇ ਕੁਝ ਘਟਨਾਵਾਂ 'ਚ ਇੱਕ ਘਟਨਾ ਨੂੰ ਇਸ ਗੱਲ ਨੂੰ ਸਮਝਣ ਲਈ ਨਿਰੰਕਾਰ ਨੇ ਕਿਹਾ ਨਾ ਕਬੁੱਧੇ ਖਾਨ ਹਟਾਓ ਨਾ ਤੇ ਰੱਬ ਦੀ ਪੂਜਾ ਵਿੱਚ ਲੱਗੇ, ਪੱਥਰਾਂ ਦੀ ਪੂਜਾ, ਕੋਈ ਕਿਸੇ ਸਾਈਡ ਦੀ ਪੂਜਾ ਕਰਨ ਲੱਗ ਪਿਆ, ਸਾਰੇ ਕੂਰ ਕਿਰਿਆ ਵਿੱਚ ਉਰਜੇ ਖਾਨ। ਮੈਂ ਗੱਲ ਕਰ ਰਿਹਾ ਸਾਂ ਬ੍ਰਾਹਮਣ ਕਿਵੇਂ ਦੁਖੀ ਕਰ ਰਿਹਾ। ਗੁਰੂ ਕਲਗੀਆਂ ਵਾਲੇ ਪਿਤਾ ਦੇ ਦਰਬਾਰ ਅੰਦਰ ਇੱਕ ਦੇਵਦਾਸ ਆਉਂਦਾ ਬ੍ਰਾਹਮਣ। ਉਸ ਦੇ ਗੁਰੂ ਕੇ ਪਿਆਰਿਓ ਪਤਨੀ ਹਾਲਾਤ ਇਹ ਸਨ, ਹਿੰਦੂ ਧਰਮ ਦੇ ਬੱਚੀਆਂ ਜਵਾਨ ਹੋਈਆਂ, ਸਹੁਰੇ ਘਰ ਤੋਰਨ ਆਏ, ਛੋਟੀ ਉਮਰੇ ਹੀ ਤੋਰਨ ਦਾ ਯਤਨ ਕਰਦੇ ਸਨ। ਹਾਕਮਾਂ ਨੂੰ ਖਬਰ ਮਿਲਦੇ ਕੋਈ ਧੀ ਭੈਣ ਦਾ ਰੂਪ ਸੋਹਣਾ ਹੈ, ਡੋਲੇ ਵਿੱਚ ਬੈਠੀ ਹੋਈ ਸਹੁਰੇ ਘਰ ਜਾਣ ਤੋਂ ਪਹਿਲਾਂ ਹੀ ਹਾਕਮ ਚੁੱਕ ਲਿਆਉਂਦੇ। ਇਹਦੀ ਵੀ ਪਤਨੀ ਚੁੱਕੇ ਗਿਆ ਹਾਕਮਾਂ ਦੇ ਕੋਲ। ਕਿੰਨੇ ਸੁਣਨੀ ਸੀ ਚੁੱਕਣ ਵਾਲੇ? ਉਹ ਬਸੀ ਪਠਾਣਾ ਦੇ, ਕੋਈ ਨਹੀਂ ਸੁਣਦਾ ਗੱਲ, ਕਿਹਦੇ ਕੋਲ ਰੋਵੇ? ਹਿੰਦੂ ਵੀਰਾਂ ਕੋਲ ਤਾਕਤ ਕੋਈ ਨਹੀਂ। ਸਤਿਗੁਰ ਦੇ ਦਰਬਾਰ 'ਚ ਆਏ। ਸਤਿਗੁਰ ਜੀ ਨੇ ਬਾਬਾ ਅਜੀਤ ਸਿੰਘ ਵੱਡੇ ਪੁੱਤਰ ਨੂੰ ਭੇਜਿਆ, ਰਾਤੋਂ ਰਾਤ ਜਾਬਰ ਖਾਨ ਨੂੰ ਪਕੜ ਕੇ ਲਿਆਂਦਾ, ਬੱਚੀ ਇਹਦੀ ਘਰਵਾਲੀ ਛੁਡਾਈ। ਹੁਣ ਅਗਲੀ ਮੁਸ਼ਕਲ ਇਹ ਵੇ ਗੁਰੂ ਕੇ ਪਿਆਰਿਓ ਹਾਲਾਤ ਕਿਤਨੇ ਮਾੜੇ ਸਨ। 1-2 ਮਿੰਟ ਵਿੱਚ ਇਹ ਕਹਿ ਕੇ ਸਤਿਗੁਰ ਜੀ ਦੇ ਨੇੜੇ ਆਈਏ ਪਿਆਰਿਓ। ਇਸ ਜਦੋਂ ਪ੍ਰਕਾਸ਼ ਹੁੰਦਾ ਹੈ ਉਹਦੇ ਵਿੱਚ ਆਉਂਦੇ ਆ। ਹੋਇਆ ਕਿ ਕਹਿਣ ਲੱਗੇ ਜਦੋਂ ਇਸ ਨੂੰ ਲਿਆਂਦਾ ਗਿਆ, ਹੁਣ ਅਗਲੀ ਮੁਸ਼ਕਲ ਹੈ। ਪਹਿਲੀ ਗੱਲ ਤੇ ਧੀ ਭੈਣਾਂ ਨੂੰ ਚੁੱਕ ਲਿਜਾਂਦੇ ਹਿੰਦੂਆਂ ਦੇ ਨੂੰ ਕੋਈ ਮੁਗਲ, ਉਦੋਂ ਨਾ ਕੋਈ ਰੋਕਦਾ। ਜੇ ਉਹ ਵਿਚਾਰੀ ਛੁੜਾ ਕੇ ਵਾਪਸ ਆ ਜਾਏ ਨਾ, ਇਹ ਕਹਿੰਦੇ ਸਨ ਮੁਸਲਮਾਨਾਂ ਦੇ ਘਰੋਂ ਹੋ ਕੇ ਆ ਗਏ ਨੂੰ ਅਸੀਂ ਵੀ ਨਹੀਂ ਘਰ ਵੜਨ ਦੇਣਾ। ਬੱਚੀਆਂ ਜਾਣ ਤੇ ਕਿੱਥੇ ਜਾਣ। ਇਹਦੀ ਪਤਨੀ ਲਿਆਂਦੀ,
ਬਰਾਦਰੀ ਨੇ ਰੌਲਾ ਪਾਇਆ ਨੂੰ ਘਰ ਨਾ ਲਿਆਵੀਂ, ਕਿਉਂਕਿ ਮੁਸਲਮਾਨਾਂ ਦੇ ਘਰ ਜਾ ਕੇ ਆ ਗਈ ਹੈ। ਕਲਗੀਆਂ ਵਾਲੇ ਨੇ ਪਿਆਰਿਓ ਇੱਥੇ ਰੱਖ ਕੇ ਮੱਤ ਸਮੱਤ ਦੇ ਕੇ ਆਖਿਆ, ਇਹ ਸ਼ੁੱਧ ਹੈ, ਪਵਿੱਤਰ ਆਤਮਕ ਹੈ। ਬਰਾਦਰੀ ਵਿੱਚ ਰਲਾਉਣ ਲਈ ਸੱਤ ਨੂੰ ਬੜੀਆਂ ਕੀਮਤਾਂ ਤਾਰਤੀਆਂ ਪਈਆਂ। ਇਹ ਸਾਜੇ ਕੁਝ ਕਾਰਨ ਜਗਤ ਦਾ ਦੁੱਖ ਵਿਖਾਇਆ। ਨਿਰੰਕਾਰ ਨੇ ਹੁਕਮ ਕੀਤਾ, ਜਾਓ ਜਗਤ ਤੇ। ਜਦੋਂ ਤੋਰਨਾ ਸੀ ਨਾ ਸਤਿਗੁਰੂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ, ਤੇ ਨਿਰੰਕਾਰ ਦੇ ਹੁਕਮ ਦਾ ਬਿਬਾਨ ਤਿਆਰ ਕੀਤਾ। ਬਿਬਾਨ ਹੁੰਦਾ ਜਿਹਦੇ ਤੇ ਇਹ ਦੇਵਤੇ ਵੱਡੀਆਂ ਰੂਹਾਂ ਚੜ੍ਹ ਕੇ ਜਾਂਦੀਆਂ। ਕਹਿੰਦੇ ਉਹ ਬਿਬਾਨ ਕਾਹਦਾ ਸੀ? ਜਿਹਦੇ ਤੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਪਵਿੱਤਰ ਜੋਤ ਨੂੰ, ਉਸ ਪ੍ਰਕਾਸ਼ ਰੂਪ ਨੂੰ ਚੜ੍ਹਾ ਕੇ ਜਗਤ ਤੇ ਭੇਜਣਾ ਸੀ ਨਾ, ਉਹ ਸੀ ਹੁਕਮ ਦਾ। ਬਿਬਾਨ ਵਿੱਚ ਬਿਠਾਇਆ, ਚਾਰ ਦੇਵਤਿਆਂ ਨੇ ਚੁੱਕਿਆ ਜਿਹੜੇ ਜਗਤ ਵੱਲ ਲੈ ਕੇ ਆ ਰਹੇ ਨੇ। ਉਹ ਸੀ ਇੱਕ ਗੁਰੂ ਕੇ ਪਿਆਰਿਓ ਸਬਰ ਦਾ ਦੇਵਤਾ, ਦੂਸਰਾ ਸ਼ੁਕਰ ਦਾ, ਤੀਸਰਾ ਰਜਾ ਦਾ, ਚੌਥਾ ਭਾਂਤੀ ਦਾ। ਇਹ ਲੈ ਕੇ ਜਗਤ ਵੱਲ ਤੋਰਿਆ ਨਿਰੰਕਾਰ ਦਾ ਹੁਕਮ। ਪਰ ਸਤਿਗੁਰੂ ਜੀ ਨੇ ਇੱਕ ਬੇਨਤੀ ਕਰ ਲਈ, ਠਾਂਡ ਪਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ। ਪੰਚ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਾਹਿਬ ਪ੍ਰਮਾਤਮਾ ਜੀ। ਪੰਚ ਮੈਂ ਚਲਾਵਾਂਗਾ, ਪਰ ਤੁਹਾਡੀ ਮਦਦ ਨਾਲ ਚਾਹੀਦੀ। ਅਸੀਂ ਕਦੇ ਵੀ ਨਹੀਂ ਇਕੱਲਿਆਂ ਛੱਡਾਂਗੇ, ਨਾਲ ਖੋਆਂਗੇ। ਇਧਰ ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ, ਉਧਰ ਤਾਂ ਉਧਰੋਂ ਇਹ ਰੂਹ ਤੁਰ ਪਈ ਹੈ ਆਉਣ ਵਾਸਤੇ। ਸਾਰੇ ਜਿਹੜੇ ਉਸ ਮੰਡਲ ਦੇ ਵੱਡੀਆਂ ਬਖਸ਼ੀਆਂ ਰੂਹਾਂ ਉਹ ਵਿਦਾਇਗੀ ਦਿੰਦੀਆਂ ਨੇ, ਜਗਤ ਦਾ ਦੁੱਖ ਦੂਰ ਕਰਨ ਚੱਲੇ ਹੋ। ਅੱਜ ਤੱਕ ਜਿਹੜਾ ਗਿਆ ਉਹ ਸਾਬਤ ਨਹੀਂ ਮੁੜਿਆ। ਇਹ ਗੁਰੂ ਨਾਨਕ ਪਿਤਾ ਦੀ ਜੋਤ ਹੀ ਨੌ ਜਾਮਿਆਂ 'ਚ ਪਵਿੱਤਰ ਮੁੜ ਕੇ ਆਏ। ਅੱਜ ਭਾਰੀ ਕੰਮ ਲੈ ਕੇ ਚੱਲੇ ਹੋ, ਹੋਰ ਫੁੱਲਾਂ ਦੀ ਵਰਖਾ। ਗੁਰੂ ਕੇ ਪਿਆਰਿਓ ਸੀ ਚੁਕਾਂਦੇ। ਇਧਰ ਹੁਣ ਗੁਰੂ ਤੇਗ ਬਹਾਦਰ ਪਿਤਾ ਜੀ, ਮਾਤਾ ਗੁਜਰ ਕੌਰ, ਜਿਨ੍ਹਾਂ ਬਾਬੇ ਬਕਾਲਾ ਸਾਹਿਬ ਦੇ ਅੰਦਰ ਲਗਾਤਾਰ ਕਈ ਸਾਲ ਭਗਤੀ ਕੀਤੀ। ਸਾਹਿਬ ਕਹਿੰਦੇ ਤਾਤ ਮਾਤ ਮੁਰ ਅਲਖ ਅਰਾਧਾ। ਪਿਤਾ ਜੀ ਭੋਰੇ ਵਿੱਚ ਬੈਠੇ ਹਨ, ਮਾਤਾ ਗੁਜਰ ਕੌਰ ਉਹ ਬਾਹਰ ਬਹਿ ਕੇ ਭਗਤੀ ਚ ਲੀਨ ਹਨ। ਕਿਉਂਕਿ ਪਿਆਰਿਓ ਜਿੱਡੀ ਵੱਡੀ ਰੂਹ ਨੇ ਆਉਣਾ ਉਹੋ ਜਿਹੀ ਪਵਿੱਤਰ ਕੁੱਖ ਵਿੱਚ ਆਈਦੀ ਏ। ਮਾਤਾ ਗੁਜਰ ਕੌਰ ਤੇ ਗੁਰੂ ਤੇਗ ਬਹਾਦਰ ਪਿਤਾ ਭਗਤੀ ਚ ਲੱਗੇ। ਏਡੇ ਵੱਡੇ ਜੋਤ ਨੇ ਆਉਣਾ, ਕੁੱਖ ਤਿਆਰ ਹੋਈ। ਸਤਿਗੁਰੂ ਜੀ ਪੂਰਬ ਵੱਲ ਗਏ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਜਬ ਕੀ ਜਾਗ ਤਰਬੇਣੀ ਪੈ, ਪੁੰਨ ਦਾਨ ਦਿਨ ਕਰਤ ਬਤੈ। ਇਲਾਹਾਬਾਦ ਤਰਬੈਣੀ ਪਹੁੰਚੇ। ਨਿਰੰਕਾਰ ਦੇ ਹੁਕਮ ਅੰਦਰ ਦਾਨ ਪੁੰਨ ਕੀਤਾ ਏ। ਹਮੇਸ਼ਾ ਹੀ ਕਰਦੇ ਹਨ। ਉਹ ਹੋਇਆ ਦੋ ਤਰ੍ਹਾਂ ਦਾ ਦਾਨ ਹੁੰਦਾ, ਜੀ ਦਾਨ ਤੇ ਪ੍ਰਾਣ ਦਾਨ। ਜੀ ਦਾਨ ਦਾ ਅਰਥ ਹੁੰਦਾ ਏ ਕਿਸੇ ਮਨੁੱਖ ਦੀ ਪਾਪਾਂ ਵੱਲੋਂ ਸੁਰਤੀ ਰੁਚੀ ਖਟਾ ਕੇ ਰੱਬ ਵੱਲ ਲਾ ਦੇਣੇ, ਉਹਨੂੰ ਕਹਿੰਦਾ ਜੀ ਦਾਨ। ਜਿਹਨੂੰ ਕੁਰਬਾਨੀ 'ਚ ਕਹਿੰਦੇ ਜੀ ਦਾਨ ਦੇ ਭਗਤੀ ਲਾਇਨ। ਪ੍ਰਾਣ ਦਾਨ ਹੁੰਦੇ ਨੇ ਇਹ ਅੰਨ ਬਸਤਰ ਛਕਣ ਦੇ ਪਦਾਰਥ ਜਿਹੜੇ ਛਕ ਕੇ ਇਹ ਚੱਲਦੇ ਰਹਿਣ ਹੋਏ। ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਬਚਨ ਏ, ਤਹੀਂ ਪ੍ਰਕਾਸ਼ ਖਮਾਰਾ ਪਇਓ। ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਪਰਿਵਾਰ ਛੱਡਿਆ, ਆਪ ਮੇਰੇ ਸਤਿਗੁਰ ਜੀ ਆਸਾਮ ਗਏ ਹਨ। ਤੇ ਕਲਗੀਆਂ ਵਾਲੇ ਕਹਿੰਦੇ ਮਾਤਾ ਗੁਜਰ ਕੌਰ, ਮਾਤਾ ਨਾਨਕੇ, ਸਾਰੀ ਸੰਗਤ ਨੂੰ ਹੁਕਮ ਸੀ ਪਰਿਵਾਰ ਦੀ ਸੰਭਾਲ ਕਰੋ। ਉਹ ਪੋਸ ਦੀ ਸਤਵੀਂ ਆਈ, ਜਦੋਂ ਨਿਰੰਕਾਰ ਦੇ ਹੁਕਮ ਨਾਲ ਜਿਹੜੀ ਜੋਤ ਇੱਕ ਮਿਕ ਸੀ ਉਹ ਉਤਰੀ। ਮਾਤਾ ਗੁਜਰੀ ਦਾ ਪੁੱਤ ਬਣ ਕੇ ਪਟਨਾ ਸ਼ਹਿਰ ਵਿਖੇ ਭਾਵ ਲਿਓ ਪ੍ਰਕਾਸ਼ ਹੋਇਆ। ਭਾਈ ਵੀਰ ਸਿੰਘ ਲਿਖਦੇ ਨੇ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਨਾ, ਤਿੰਨ ਚੀਜ਼ਾਂ ਉੱਚੀਆਂ ਰੂਹਾਂ ਨੇ ਤੱਕੀਆਂ ਸਨ। ਜਦੋਂ ਪ੍ਰਕਾਸ਼ ਹੋਣਾ, ਜਿਨੀਆਂ ਇਸ ਧਰਤੀ ਤੇ ਵੱਡੇ ਤੋਂ ਵੱਡੇ ਅੱਜ ਤੱਕ ਰੂਹਾਂ ਪਹੁੰਚੀਆਂ ਜਾਂ ਪਹੁੰਚਣ ਵਾਲੀਆਂ ਸਨ, ਉਸ ਮੰਡਲ ਦੀਆਂ ਸਾਰੀਆਂ ਹਾਜ਼ਰ ਹੁੰਦੀਆਂ ਨੇ। ਉਹਨਾਂ ਦੀ ਹਾਜ਼ਰੀ ਇਸ ਤਰ੍ਹਾਂ ਨਹੀਂ ਆਪਾਂ ਵੇਖ ਸਕਦੇ ਜੁੜ ਕੇ। ਉਹ ਹਾਜ਼ਰ ਕਹਿੰਦੇ ਜਦੋਂ ਸਾਹਿਬ ਦਾ ਪ੍ਰਕਾਸ਼ ਹੋਇਆ, ਤਿੰਨ ਚੀਜ਼ਾਂ ਵੇਖੀਆਂ ਜੁੜਿਆ ਨੇ। ਜਿਵੇਂ ਹਜ਼ਾਰਾਂ ਬਿਜਲੀਆਂ ਦਾ ਪ੍ਰਕਾਸ਼ ਇਕੱਠਾ ਹੋ ਕੇ ਆ ਗਿਆ ਹੈ,
ਉਹ ਪ੍ਰਕਾਸ਼ ਸੰਭਾਲਿਆ ਨਹੀਂ ਜਾ ਰਿਹਾ। ਦੂਸਰਾ ਇੰਜ ਲੱਗਦਾ ਏ ਦੈਵੀ ਗੀਤ ਸੁਰ ਤਾਲ ਵਿੱਚ ਗਾਏ ਜਾ ਰਹੇ ਨੇ, ਸ਼ਬਦ ਦੀ ਗੂੰਜ ਸੁਣ ਰਹੀ ਹੈ ਜਿਹੜੀ ਅਨਖਦ ਵੱਜ ਰਿਹਾ ਹੈ। ਅੱਜ ਉਚੇਚੇ ਵਾਜੇ ਵੱਜਦੇ ਪਏ ਨੇ। ਤੀਸਰਾ ਗੁਰੂ ਕੇ ਪਿਆਰਿਓ ਕਹਿੰਦੇ ਕੋਈ ਹਾਸਨ ਦੀ ਆਵਾਜ਼ ਚਾਰ ਚੁਫੇਰ ਆ ਰਹੀ ਹੈ ਭਈ ਅੱਜ ਦੁਨੀਆ ਨੂੰ ਹਾਸੇ ਵੰਡਣ ਵਾਲਾ ਜਗਤ ਤੇ ਆ ਗਿਆ ਹੈ। ਮੈਂ ਫਿਰ ਇੱਥੇ ਇੱਕ ਬੇਨਤੀ ਕਰਾਂ, ਜਦੋਂ ਇੱਦਾਂ ਦੇ ਬਚਨ ਸੁਣਦੇ ਹੋ ਨਾ, ਕਦੇ ਵੀ ਐਵੇਂ ਆਲੇ ਦੁਆਲੇ ਤੋਂ ਨਾ ਪੁੱਛਿਆ ਕਰੋ। ਥੋੜ੍ਹੇ ਦਿਨ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਕੇ ਬਹਿ ਜਾ ਕਰੋ। ਸਤਿਗੁਰੂ ਅੰਦਰੋਂ ਹੀ ਇਹਨਾਂ ਦੇ ਜਵਾਬ ਵੀ ਨਹੀਂ ਦੇਣਗੇ, ਉਹ ਦਾਤਾਂ ਦੀ ਥੋੜ੍ਹੀ ਥੋੜ੍ਹੀ ਝਲਕ ਵੀ ਦੇਣਗੇ। ਜੁੜੋ ਸਾਰੇ ਤੇ ਆਖੋ ਇੱਕ ਵਾਰ, ਵਾਹਿਗੁਰੂ 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 ਵਾਹਿਗੁਰੂ। ਮੈਂ ਬੇਨਤੀ ਕਰਾਂ, ਪ੍ਰਕਾਸ਼ ਦਿਹਾੜਾ ਮੇਰੇ ਕਲਕੀਆਂ ਵਾਲੇ ਦਾ ਖੁਸ਼ੀਆਂ ਦਾ ਦਿਨ ਹੈ। ਤੁਸੀਂ ਵੱਡੀ ਤਾਦਾਦ 'ਚ ਹਜ਼ੂਰੀ ਵਿੱਚ ਵੀ ਆਇਓ। ਉੱਚੀ ਬੋਲੋ, ਜਦੋਂ ਖੁਸ਼ੀ ਹੁੰਦੀ ਤੇ ਅੰਦਰ ਉੱਚੀ ਗਾਵੇ, ਫੁੱਲਿਆ ਨਾ ਸਮਾਵੇ। ਸਤਿਗੁਰ ਆਏ ਨੇ ਜਿਹਨੇ ਸਾਡੀ ਬਾਂਹ ਪਕੜੀ, ਉਹਨਾਂ ਦੀ ਬਦੌਲਤ ਅੱਜ ਆਨੰਦ ਮਾਣ ਰਹੇ ਹਾਂ। ਪਿਆਰ ਵਿੱਚ ਆਓ, ਖੁੱਲ੍ਹ ਕੇ ਉੱਚੀ ਆਵਾਜ਼ ਵਿੱਚ, ਖਾਸ ਕਰ ਮੇਰੀਆਂ ਭੈਣਾਂ ਬੀਬੀਆਂ ਦੂਰੋਂ ਸਟੇਜ ਤੋਂ ਆਵਾਜ਼ ਕਰਕੇ ਨੇੜੇ ਆਓ। ਉੱਚੀ ਗਾਓ ਰਲ ਕੇ ਸਾਰੇ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ। ਤੁਝ ਬਿਨ ਅਵਰ ਨ ਜਾਣ ਮੇਰੇ ਸਾਹਿਬਾ, ਤੁਝ ਬਿਨ ਅਵਰ ਨ ਜਾਣ ਮੇਰੇ ਸਾਹਿਬਾ, ਤੁਝ ਬਿਨ ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਤੋ ਮੇਰੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਬਚਿੱਤਰ ਨਾਟਕ ਵਿੱਚ ਬਚਨ ਲਿਖੇ, ਖਮ ਏਕਾਜ ਜਗਤ ਮੋਹ ਆਏ, ਧਰਮ ਖੇਤ ਗੁਰਦੇਵ ਪਠਾਏ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਪਟਨਾ ਸਾਹਿਬ ਤੋਂ ਕਹਾਣੀ ਸ਼ੁਰੂ ਹੁੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ। ਪਿਆਰਿਓ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਆਸਾਮ ਵਿੱਚ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਖੋਰ ਆਏ। ਅੱਜ ਸਮਾਧੀ ਵਿੱਚ ਬੈਠੇ ਨੇ, ਅੱਧੀ ਰਾਤ ਤੋਂ ਦਰਬਾਰ ਲੱਗਾ ਕੋ ਆਏ। ਦਰਬਾਰ ਸਤਿਗੁਰੂ ਜੀ ਬੈਠੇ, ਆਸਾ ਦੀ ਵਾਰ ਦਾ ਕੀਰਤਨ ਤੇ ਸਤਿਗੁਰੂ ਖਿੜਖੜਾ ਕੇ ਖਸ ਪੈ ਹੱਸੇ। ਤੇ ਇੱਕ ਸਿੱਖ ਉਹਨੇ ਵੇਖਿਆ ਕੋਈ ਰਮਜ ਖੈ, ਹੱਥ ਜੋੜੇ, ਬੋਲਿਆ ਕੁਛ ਨਹੀਂ। ਭਾਈ ਸਤਿਗੁਰੂ ਜੀ ਆਨੰਦ ਵਿੱਚ ਨੇ ਕਿਵੇਂ, ਉਹਦਾ ਅੰਦਰ ਪੁੱਛਣਾ ਚਾਹੁੰਦਾ ਸੀ।
ਹੱਸਣ ਦਾ ਕਾਰਨ ਸਤਿਗੁਰੂ ਜੀ ਥੋੜਾ ਚਿਰ ਬਾਅਦ ਆਪ ਹੀ ਬੋਲੇ, ਸੰਗਤ ਜੀ ਅਸੀਂ ਹੱਸੇ। ਸਿੱਖ ਹੱਥ ਜੋੜ ਖਲੋਤਾ, ਇਹਦੇ ਅੰਦਰ ਕੋਈ ਸਵਾਲ ਹੈ। ਅਸੀਂ ਜਵਾਬ ਦੇਣੇ ਹੱਸੇ ਕਿਉਂ ਆ? ਕਹਿਣ ਲੱਗੇ ਹੱਸੇ ਇਸ ਕਰਕੇ ਆ, ਹਾਸਿਆ ਵੰਡਣ ਵਾਲਾ ਅੱਜ ਨਿਰੰਕਾਰ ਨੇ 10ਵਾਂ ਜਾਮਾ ਭੇਜ ਦਿੱਤਾ ਹੈ। ਜੀ ਸਮਝ ਨਹੀਂ ਆਈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੇ 9 ਜਾਮੇ ਧਾਰਨ ਕੀਤੇ, ਅੱਜ 10ਵਾਂ ਜਾਮੇ ਵਿੱਚ ਜਿਹਨੇ ਪ੍ਰਵੇਸ਼ ਕਰਕੇ ਜੋਤ ਨੇ, ਅੱਜ ਉਹ ਪਟਨੇ ਦੀ ਧਰਤੀ ਤੇ ਆ ਗਿਆ ਹੈ। ਕਹਿਣ ਲੱਗੇ ਉਦੋਂ ਜੇ ਇਹ ਨਹੀਂ ਕਿਹਾ ਪਟਨੇ ਦੀ ਧਰਤੀ ਤੇ, ਨਹੀਂ ਕਿਹਾ ਸਾਨੇ ਉਹ ਆ ਗਿਆ ਏ। ਸੰਗਤ ਨੂੰ ਸਮਝ ਨਹੀਂ ਆਈ। ਉਹਨਾਂ ਚਿਰ ਨੂੰ 2 ਗੁਰੂ ਕੇ ਲਾਲ ਉਹ ਵੀ ਪਹੁੰਚਦੇ ਹਨ। ਜਦੋਂ ਉਹ ਫਿਰ ਕਹਾਣੀ ਖੁੱਲ੍ਹਦੀ ਅੱਗੋਂ ਭਾਈ ਮੇਰ ਚੰਦ ਤੇ ਆਮ ਰਾਏ ਜੀ ਸਨ, ਜਿਹੜੇ ਖਬਰ ਲੈ ਕੇ ਗਏ ਸੀ ਭਾਈ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ। ਗੁਰੂ ਤੇਗ ਬਹਾਦਰ ਪਿਤਾ ਜੀ ਹੱਸੇ, ਦੱਸਿਆ ਅੱਜ 10ਵਾਂ ਗੁਰੂ ਨਾਨਕ ਸਾਹਿਬ ਆ ਗਿਆ ਜੀ। ਅਜੇ ਤੁਸੀਂ 9 ਜਾਪੇ ਵਿੱਚ ਮੌਜੂਦ ਹੋ? ਹਾਂ ਅਸੀਂ ਅਜੇ ਖਾਂ। ਜਦੋਂ ਅਸੀਂ ਸਰੀਰ ਤਿਆਗਾਂਗੇ ਫਿਰ ਜੋਤ ਉਹਦੇ ਵਿੱਚ ਪ੍ਰਵੇਸ਼ ਕਰੇਗੀ, ਕਿਉਂਕਿ ਕੁਮੰਡਲ ਅਚਾਨਕ ਨਹੀਂ ਨਾ ਕਿਸੇ ਪੁੱਤਰ ਦਾ ਜਨਮ ਖੋਣਾ, ਵੱਡੇ ਹੋਣਾ, ਗੁਰਤਾਗਤ ਮਿਲਣੀ ਨਹੀਂ। ਇਹ ਹੁਕਮ ਨਿਰੰਕਾਰ ਦੀ ਆਪ ਜੋਤ ਸਾਰੀ ਖੇਡ ਵਰਤਾਰੀ ਸੀ। ਸਤਿਗੁਰੂ ਜੀ ਨੇ ਉੱਥੋਂ ਹੀ ਨਾ ਰੱਖਿਆ ਗੋਬਿੰਦਾਸ, ਹੁਕਮਨਾਮਾ ਸਾਹਿਬ ਭੇਜਿਆ ਪਟਨਾ ਸਾਹਿਬ ਦੀ ਸੰਗਤ ਲਈ। ਕਹਿਣ ਲੱਗੇ ਸਰਬੱਤ ਸੰਗਤ ਪਟਨੇ ਕੀ, जिन वाहिगुरु की आँख है तिनके मनोरथ पूरे होंगे। गोविंद दास की बधाई पर संगत खर्च किया, गुरु के दरगाह सेवा थाएं पई, रुपया मोर की थाएं पड़ी। महाराज के हुक्मनामे साहब के बच्चों ने कहते पाछे जो सेवा की सो थाएं पई, आगे जो सेवा करेगा तिसका भला होगा। ਸਰਬੱਤ ਸੰਗਤ ਪਟਨੇ ਕੀ ਨੂੰ ਸਤਿਗੁਰੂ ਜੀ ਨੇ ਬੜੀਆਂ ਖੁਸ਼ੀਆਂ ਦਿੱਤੀਆਂ। ਮਤਲਬ ਸੀ ਜਿਹੜਾ ਗੋਬਿੰਦ ਰਾਏ ਦੇ ਇਸ ਖੁਸ਼ੀ ਦੇ ਮੌਕੇ 'ਤੇ ਸੰਗਤ ਦੀ ਸੇਵਾ ਕਰੇਗਾ, ਉਹਨਾਂ ਨੂੰ ਵਧਾਈਆਂ ਕਹਿੰਦੇ। ਉਹਦੀ ਦਰਗਾਹ ਵਿੱਚ ਸੇਵਾ ਥਾਂ ਪਏਗੀ। ਪਿਛਲੀ ਵੀ ਸੇਵਾ ਅੱਗੋਂ ਵੀ ਕਰੋਗੇ ਤੇ ਉਹ ਸੇਵਾ ਦਰਗਾਹ 'ਚ ਥਾਂ ਪ੍ਰਵਾਨ ਹੋਏਗੀ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਨਾਮ ਗੋਬਿੰਦ ਦਾਸ ਬਾਪ ਨੇ ਆਸਾਮ ਤੋਂ ਰੱਖ ਕੇ ਪਟਨਾ ਨੂੰ ਭੇਜਿਆ ਹੈ। ਅੱਛਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੌਤਕ ਨੇ। ਸਾਧ ਸੰਗਤ ਗੁਰੂ ਤੇਗ ਬਹਾਦਰ ਪਿਤਾ ਜੀ ਪੁੱਤ ਦਾ ਨਾਂ ਰੱਖਦੇ ਨੇ, ਕੋਲ ਖਲੋ ਕੇ ਨਹੀਂ, ਦੂਰ ਆਸਾਮ ਵਿੱਚ ਨੇ। ਸਮਾਂ ਬਦਲਿਆ ਸੀ ਨਾ, ਸ਼ਹਾਦਤ ਦਾ ਜਾਮ ਪੀਤਾ ਸਾਨੇ, ਦੂਰ ਜਾ ਕੇ ਸੀ ਕੱਲਾ ਆਇਆ ਸੀ। ਖੈਰ ਆਪਾਂ ਪਿਛਲੇ ਦਿਨਾਂ 'ਚ ਇਹ ਬਾਤਾਂ ਪਾਈਆਂ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਪਹਿਲੇ ਦਿਨ ਤੋਂ ਹੀ ਦਾਤਾਂ ਵੰਡਣੀਆਂ ਪਟਨਾ ਸਾਹਿਬ ਤੋਂ ਸ਼ੁਰੂ ਕਰ ਦਿੱਤੀਆਂ ਸਨ। ਆਪਾਂ ਵਿਚਾਰਦੇ ਹਨ ਕਿਵੇਂ ਕਿਧਰੇ ਪੰਡਤ ਸ਼ਿਵ ਦੱਤ ਦੇ ਉੱਪਰ ਝਾਤੀ ਪਾ ਉਹਨੂੰ ਪ੍ਰਮਾਤਮਾ ਦੇ ਦੀਦਾਰ ਕਰਾ ਦਿੱਤੇ। ਨਵਾਬ ਰਹੀਮ ਬਖਸ਼ ਕਰੀਮ ਬਖਸ਼ ਜਿਹੜੇ ਨਵਾਬ ਨੇ ਉਹ ਲੰਘੇ ਜਾ ਰਹੇ ਸਨ, ਬਾਲਾ ਪ੍ਰੀਤਮ ਬੱਚੇ ਨੇ ਖੇਡਦੇ ਹਨ। ਉਸ ਦੀ ਦ੍ਰਿਸ਼ਟੀ ਉਹਨਾਂ ਤੇ ਪਾਈਓ ਨੇ। ਉਹ ਪਾਲਕੀ 'ਚ ਉਤਰ ਕੇ ਚਰਨਾਂ 'ਤੇ ਝੁਕਦਾ ਏ। ਭੀਖਣ ਸ਼ਾਹ ਬਾਰੇ ਤਾਂ ਤੁਸੀਂ ਜਾਣਦੇ ਹੋ, ਫਕੀਰ ਕੜਾਮ ਬੈਠੇ ਨੂੰ ਅੰਦਰੋਂ ਦੀਦਾਰ ਹੋ ਗਏ। ਅੱਜ ਕੋਈ ਪ੍ਰਕਾਸ਼ ਹੋਇਆ ਏ, ਚੱਲ ਕੇ ਆਇਆ, ਦੀਦਾਰ ਮੰਗੇ ਸਾਧ ਨੂੰ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਅਜੇ ਦਰਸ਼ਨਾਂ ਦਾ ਹੁਕਮ ਨਹੀਂ ਹੈ। ਅੱਛਾ ਮੈਂ ਇੱਥੇ ਬਹਿ ਜਾਣਾ ਵਾਂ। ਸਿਦਕ ਨਾਲ ਬਹਿ ਗਿਆ। ਕਹਿਣ ਲੱਗੇ ਪੀਰ ਜੀਓ ਅਜੇ ਕੁਛ ਦਿਨ ਲੱਗ ਸਕਦੇ ਹਨ, ਪ੍ਰਸ਼ਾਦ ਪਾਣੀ ਛਕੋ, ਆਰਾਮ ਕਰੋ। ਜਦੋਂ 2-4 ਦਿਨ ਬਾਅਦ ਕੋਈ 10-15 ਦਿਨ ਬਾਅਦ ਹੁਕਮ ਆਏਗਾ ਖੁੱਲ੍ਹੇ ਦੀਦਾਰ ਕਰਾਵਾਂਗੇ। ਮਾਮਾ ਕਿਰਪਾਲ ਚੰਦ ਜੀ ਨੇ ਕਿਹਾ ਪੀਰ ਜੀ ਤੁਸੀਂ ਇੱਥੇ ਨਾ ਬੈਠੋ। ਕਹਿਣ ਲੱਗੇ ਬਹਿ ਲੈਣ ਦਿਓ ਇੱਥੇ ਹੀ, ਅਜੇ ਪਤਾ ਨਹੀਂ ਕਿੰਨੇ ਦਿਨ ਲੱਗਣ। ਕਹਿਣ ਲੱਗੇ ਨਾ ਦਿਨਾਂ ਦੀ ਕੋਈ ਗੱਲ ਨਹੀਂ, 10-15 ਦਿਨ ਲੱਗ ਜਾਣ, ਮੈਂ ਦਰਵਾਜ਼ੇ 'ਤੇ ਬੈਠਾ ਵਾਂ। 10-15 ਸਾਲ ਲੱਗ ਜਾਣ, ਮੈਂ ਦਰਵਾਜ਼ੇ 'ਤੇ ਬੈਠਾ ਵਾਂ। ਸਾਰੀ ਜ਼ਿੰਦਗੀ ਬਹਿਣਾ ਪਵੇ ਮੈਂ ਬੈਠਾਂਗਾ, ਕਿਉਂਕਿ ਇਹਦੇ ਦਰ 'ਤੇ ਬਹਿਣ ਲਈ ਤਾਂ ਭਗਤੀ ਕਰਦੇ ਸਾਜ ਆਪ ਆਇਆ। ਕੀ ਜਾਣੀਏ ਪੀਰ ਭੀਖਣ ਸ਼ਾਹ ਨੂੰ ਕੀ ਕੁਝ ਪਿਆ ਨਜ਼ਰ ਆਉਂਦਾ ਹੈ। ਤੇ ਕੁਝੀਆਂ ਲਿਆਇਆ ਸੀ। ਮੈਂ ਪਹਿਲੇ ਦਿਨ ਜਿਸ ਦਿਨ ਵਿਚਾਰ ਆਰੰਭ ਕੀਤੀ ਸੀ 12 ਤਰੀਕ ਨੂੰ,
ਉਹਦੇ ਨੇ ਗੱਲ ਸਾਂਝੀ ਤੁਹਾਡੇ ਨਾਲ ਕੀਤੀ ਸੀ। ਗੁਰੂ ਕੇ ਪਿਆਰਿਓ, ਇਹ ਕੁੱਜੀ ਵਿੱਚ ਪਾਣੀ ਹੈ, ਇੱਕ 'ਚ ਦੁੱਧ ਹੈ। ਸਤਿਗੁਰੂ ਜੀ ਨੇ ਦਰਸ਼ਨ ਦਿੱਤੇ, ਅਜੇ ਬੋਲਤੇ ਤੇ ਰਹਿ ਨਹੀਂ, ਬਾਹਰੋਂ ਅੰਦਰੋਂ ਹੀ ਜਵਾਬ ਦੇਣੇ ਕੰਨ। ਬੋਲਣ ਵਾਲਾ ਭੀਖਣ ਸ਼ਾਹ ਨੇ ਵੀ ਚੁੱਪ ਕਰਕੇ ਸਵਾਲ ਕੀਤਾ, ਬਗੈਰ ਸ਼ਬਦਾਂ ਤੋਂ ਜਵਾਬ ਵੀ ਉਹਨਾਂ ਨੂੰ ਬਗੈਰ ਸ਼ਬਦਾਂ ਤੋਂ ਮਿਲ ਰਿਹਾ। ਜਦੋਂ ਮਿਲਿਆ ਤੇ ਕੀ ਹੋਇਆ? ਪਾਣੀ ਤੇ ਦੁੱਧ ਤੇ ਵੀ ਇਹ ਹਿੰਦੂ ਧਰਮ ਨੂੰ ਉਭਾਰਨਗੇ ਕਿ ਮੁਸਲਮਾਨ ਨੂੰ? ਸਾਹਿਬਾਂ ਨੇ ਹੱਥ ਫੇਰਿਆ, ਕੁੱਜੀਆਂ ਦੇ ਵਿੱਚ ਜਿਹੜਾ ਪਾਣੀ ਤੇ ਦੁੱਧ ਰੁੜ ਗਿਆ, ਆਪਸ 'ਚ ਮਿਲ ਗਏ। ਫਕੀਰ ਬੜਾ ਖੁਸ਼, ਕਹਿਣ ਲੱਗਾ ਇੱਥੇ ਆਨੰਦ ਵਿੱਚ ਉਹ ਝੂਮ ਉੱਠਿਆ। ਕਹਿਣ ਲੱਗੇ ਕੀ ਆਈ? ਕਹਿਣ ਲੱਗੇ ਅੱਜ ਤੱਕ ਲੋਕਾਂ ਨੇ ਨਾ ਬੰਦਿਆਂ ਨੂੰ ਧਰਮਾਂ ਦੀਆਂ ਕੁੱਜੀਆਂ ਵਿੱਚ ਬੰਦ ਕੀਤਾ ਹੋਇਆ, ਕਿਸੇ ਨੇ ਜਾਤਾਂ ਵਿੱਚ ਬੰਦ ਕੀਤਾ ਹੋਇਆ ਹੈ। ਕੁੱਜੀਆਂ ਦੇ ਝਗੜੇ ਖਾਨ, ਕੁੱਜੀਆਂ ਦੇ ਅੰਦਰ ਕਿਸੇ 'ਚ ਕਹਿੰਦੇ ਮੇਰਾ ਦੁੱਧ ਕੀਮਤੀ, ਕੋਈ ਕਹਿੰਦਾ ਮੇਰਾ ਪਾਣੀ ਕੀਮਤੀ। ਇਹ ਸਾਹਿਬ ਆਇਆ ਏ ਜਿਵੇਂ ਦੁੱਧ ਤੇ ਪਾਣੀ ਨੂੰ ਮਿਲਾ ਦਿੱਤਾ ਏ, ਪੂਰੀ ਮਨੁੱਖਤਾ ਨੂੰ ਆਪਸ ਵਿੱਚ ਮਿਲਾਏਗਾ। ਜਿਵੇਂ ਦੁੱਧ ਤੇ ਪਾਣੀ ਮਿਲ ਗਏ, ਬੰਦੇ ਦੀ ਆਤਮਾ ਨੂੰ ਰੱਬ ਨਾਲ ਮਿਲਾਏਗਾ। ਇਹਦੀ ਨਿਗਾਹ ਦੇ ਅੰਦਰ ਬੇਗਾਨਾ ਕੋਈ ਨਹੀਂ, ਇਹ ਸਭਨਾਂ ਨੂੰ ਪਿਆਰ ਹੀ ਪਿਆਰ ਕਰੇਗਾ। ਇਹਦੇ ਘਰ ਦੇ ਅੰਦਰ ਦੂਜਾ ਤੀਜਾ ਕੋਈ ਨਫ਼ਰਤ ਖਾਈ ਨਹੀਂ। ਮੈਂ ਬੇਨਤੀ ਕਰਾਂ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਲੰਘੇ ਮਤ ਸੋਚਣਾ ਗੁਰੂ ਕਲਗੀਆਂ ਵਾਲੇ ਕੇਵਲ ਜੰਗਾਂ ਹੀ ਕਰਦੇ ਸਨ। ਜੰਗਾਂ ਕਰਨ ਵਾਸਤੇ ਜੰਗਾਂ ਨਹੀਂ ਕੀਤੀਆਂ, ਜੰਗਾਂ ਹਟਾਉਣ ਵਾਸਤੇ ਜੰਗਾਂ ਕਰਨੀਆਂ ਪਈਆਂ। ਸਤਿਗੁਰੂ ਜੀ ਕੇਵਲ ਪਿਆਰ ਵੰਡਦੇ ਹਨ ਤੇ ਪਿਆਰ ਅੱਜ ਵੀ ਵੰਡਦੇ ਹਨ। ਇਹੋ ਜਿਹਾ ਪਿਆਰਾ ਸਰੂਪ ਕਿਹਦਾ ਹੁੰਦਾ ਹੈ? ਜਿਹੋ ਜਿਹਾ ਕਲਗੀਆਂ ਵਾਲੇ ਪਾਤਸ਼ਾਹ ਦਾ ਪਿਆਰ ਸਰੂਪ ਦੇਖ ਕੇ ਜਰਨੈਲ ਮੈਦਾਨ ਇਹ ਜੰਗ ਵਿੱਚੋਂ ਸਤਿਗੁਰੂ ਦੇ ਚਰਨਾਂ ਦੇ ਭੋਗੇ ਬਣ ਗਏ। ਮੈਂ 2-4 ਬੇਨਤੀਆਂ ਕਰਕੇ ਮੈਨੂੰ ਹੁਕਮ ਹੈ 8 ਵਜੇ ਤੱਕ ਜਰਾ ਧਿਆਨ ਕਰਨਾ। ਗੁਰਪੁਰਬ ਮਨਾ ਰਹੇ ਹਾਂ। ਸਾਡੇ ਬਜ਼ੁਰਗ ਗੁਰਪੁਰਬ ਕਿਵੇਂ ਮਨਾਉਂਦੇ ਸਨ, ਉਹਦੀਆਂ 1-2 ਉਦਾਹਰਨਾਂ ਤੁਹਾਡੇ ਨਾਲ ਅੱਜ ਦੇ ਸਮੇਂ ਵਿੱਚ ਸਾਂਝੀਆਂ ਕਰਨੀਆਂ ਨੇ। ਸਤਿਗੁਰੂ ਦਾ ਪਿਆਰਾ ਸਰੂਪ, ਉਹਦੇ 'ਚ ਕੋਈ ਸ਼ੱਕ ਨਹੀਂ। ਪਿਆਰ ਹੀ ਪਿਆਰ ਵੰਡੀ ਜਾ ਰਹੇ। ਜਿੱਧਰ ਵੀ ਸਤਿਗੁਰੂ ਗਏ, ਪਟਨਾ ਸਾਹਿਬ ਨੇ, ਅਨੰਦਪੁਰ ਸਾਹਿਬ ਨੇ, ਪੌਂਟਾ ਸਾਹਿਬ ਨੇ, ਦੋਈ ਦਵੈਸ਼ਤਾ ਖਾਈ ਕੋਈ ਨਹੀਂ। ਗੁਰੂ ਕੇ ਪਿਆਰੇ ਇੱਕ ਨਿੱਕੀ ਜੀ ਗੱਲ, ਜਦੋਂ ਪੌਂਟਾ ਸਾਹਿਬ ਗਏ ਨਾ ਤੇ ਰਾਮ ਰਾਏ ਨੇ ਬੇਨਤੀ ਕੀਤੀ ਸੀ, ਮਹਾਰਾਜ ਮੈਂ ਕੱਲਿਆਂ ਮਿਲਣਾ ਏ, ਮੇਰੇ ਹੀ ਮਸੰਦ ਮੇਰੇ ਹੀ ਚੇਲੇ ਮੇਰੇ ਲਈ ਜਾਨ ਤੇ ਵੈਰੀ ਖਾਨ, ਕੱਲਿਆਂ ਮਿਲਣਾ, ਕੋਈ ਪ੍ਰਬੰਧ ਕਰੋ। ਸਤਿਗੁਰੂ ਜੀ ਨੇ ਬੇੜੀ ਦਾ ਪ੍ਰਬੰਧ ਕੀਤਾ। ਬੇੜੀ 'ਚ ਇੱਕ ਪਾਸੋਂ ਘਾਟ ਤੋਂ ਰਾਮ ਰਾਏ ਆ ਗਿਆ, ਇੱਧਰ ਸਤਿਗੁਰੂ ਜੀ ਗਏ। ਇੱਕ ਬੇੜੀ 'ਚ ਇਕੱਠੇ ਹੁਣ ਬਹਿ ਗਏ, ਬੈਠੇ ਨੇ। ਇੱਕ ਪਾਸੇ ਰਾਮ ਰਾਏ ਦੇ ਸੇਵਕ, ਇੱਕ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਦੇ ਆਪ ਜੀ ਵਰਗੇ ਸ਼ਰਧਾਲੂ। ਜਦੋਂ ਬੇੜਾ ਜਾਂਦਾ ਰਾਮ ਰਾਏ ਦੇ ਸੇਵਕਾਂ ਵੱਲ, ਕਦੇ ਉਹ ਕੰਡ ਕਰ ਲੈਣ ਤੇ ਮਹਾਰਾਜ ਦੇ ਪਿਆਰਿਆਂ ਵੱਲ ਜਾਵੇ ਤੇ ਉਹ ਨਮਸਕਾਰਾਂ ਕਰਨ ਝੁਕ ਝੁਕ ਕੇ ਉਤਰੇ। ਦੋਨਾਂ ਨੇ ਇੱਕੋ ਸਵਾਲ ਰਾਮ ਰਾਏ ਦੇ ਚੇਲਿਆਂ ਨੂੰ ਪੁੱਛਿਆ, ਤੁਸੀਂ ਕੰਡ ਕਿਉਂ ਕਰਦੇ ਸੀ? ਕਹਿੰਦੇ ਸਾਡੇ ਗੁਰੂ ਨੇ ਕਿਹਾ ਏ ਆਪਣੇ ਗੁਰੂ ਤੋਂ ਇਲਾਵਾ ਕਿਸੇ ਦੂਸਰੇ ਗੁਰੂ ਨੂੰ ਮੱਥਾ ਨਹੀਂ ਟੇਕਣਾ, ਉਹਨੂੰ ਨਹੀਂ ਮੰਨਣਾ, ਅਸੀਂ ਕੰਡ ਕਰ ਲਈ। ਕਹਿਣ ਲੱਗੇ ਫਿਰ ਆਪਣੇ ਗੁਰੂ ਵੱਲ ਵੀ ਤੇ ਕੰਡ ਹੀ ਕਰਦੀ ਸਾਜੇ। ਦੂਜਾ ਜੋ ਬੈਠੇ ਸੀ ਕਲਗੀਆਂ ਵਾਲੇ, ਜਦੋਂ ਪੁੱਛਿਆ ਹੀ ਸਵਾਲ, ਸਤਿਗੁਰੂ ਨੇ ਜੋ ਦਾਤ ਵੰਡੀ ਮਨੁੱਖਤਾ ਨੂੰ, ਉਹਦੀ ਇੱਕ ਨਿੱਕੀ ਜੀ ਉਦਾਹਰਣ ਪਿਆ ਪੁੱਛਿਆ ਗੁਰੂ ਕੇ ਸਿੱਖਾਂ ਨੂੰ, ਤੁਹਾਨੂੰ ਵੀ ਤਾਂ ਹੀ ਹੁਕਮ ਏ ਇੱਕ ਅਕਾਲ ਪੁਰਖ ਨੂੰ ਮੰਨਣਾ, ਇੱਕ ਸਤਿਗੁਰੂ ਜੀ ਨੂੰ ਮੰਨਣਾ, ਕਿਸੇ ਹੋਰ ਦੂਜੇ ਦੇ ਸਾਹਮਣੇ ਸਿਰ ਨਹੀਂ ਝੁਕਾਉਣਾ। ਬੇੜੀ ਵਿੱਚ ਰਾਮ ਰਾਏ ਵੀ ਬੈਠੇ ਸਨ, ਅਸੀਂ ਵੀ। ਤੁਸੀਂ ਇੰਨੇ ਪਿਆਰਾਂ ਨਾਲ ਸਿਰ ਝੁਕਾਉਂਦੇ ਸੀ, ਸਿਰ ਜ਼ਮੀਨ 'ਤੇ ਲਾ ਲੈਂਦੇ ਸੀ, ਝੁਕਦੇ ਜਾਂਦੇ ਸੀ। ਤੁਹਾਡੇ ਚਿਹਰੇ ਦੱਸਦੇ ਸਨ ਤੁਹਾਨੂੰ ਅੰਤਾਂ ਦੀ ਖੁਸ਼ੀ। ਤੁਹਾਨੂੰ ਨਹੀਂ ਸੀ ਪਤਾ ਕੋਈ ਦੂਜਾ ਬੈਠਾ ਏ। ਕਹਿਣ ਲੱਗੇ ਹੁਕਮ ਤੁਹਾਡਾ ਹੀ ਸੀ ਮਹਾਰਾਜ, ਉਹੀ ਤੇ ਮੰਨਿਆ ਏ। ਤੁਸੀਂ ਕਿਹਾ ਸੀ ਦੂਜੇ ਨੂੰ ਮੰਨਣਾ ਹੀ ਨਹੀਂ। ਜਿੰਨਾ ਚਿਰ ਤੁਹਾਡੇ ਚਰਨਾਂ ਵਿੱਚ ਨਹੀਂ ਸਾਂ ਆਏ, ਦੂਜੇ ਵੀ ਦਿਸਦੇ ਸਨ, ਤੀਜੇ ਵੀ ਦਿਸਦੇ ਸਨ, ਬੇਗਾਨੇ ਵੇ। ਤੁਹਾਡੀ ਮਿਹਰ ਨਾਲ ਇਹੋ ਜਿਹੀ ਦ੍ਰਿਸ਼ਟੀ ਮਿਲੇ, ਹੁਣ ਸਾਡੇ ਲਈ ਕੋਈ ਦੂਜਾ ਰਹਿ ਹੀ ਨਹੀਂ ਗਿਆ, ਕੋਈ ਦੂਜਾ ਹੈ ਹੀ ਨਹੀਂ, ਹੈ ਹੀ ਤੂੰ ਹੀ ਤੂੰ, ਤੂੰ ਹੀ ਤੂੰ, ਕੋਈ ਦੂਜਾ ਹੈ ਹੀ ਨਹੀਂ। ਜਦੋਂ ਮਹਾਰਾਜ ਕਹਿੰਦੇ ਨੇ ਇੱਕ ਨੂੰ ਮੰਨੋ ਦਾ ਮਤਲਬ ਨਫ਼ਰਤ ਨਹੀਂ ਹੁੰਦੀ, ਇੱਕ ਨੂੰ ਹੀ ਵੇਖੋ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਆ ਖੇਲ ਖੇਲਣ ਅੰਤ ਕੋ ਫਿਰ ਇੱਕ, ਇੱਕ ਪਿਆਰ ਦਾ ਸਰੂਪ ਦੂਜਾ।
मैं बेनती कर रहा सां, लाहौर भाई वीर सिंह लिखदे, एक तुहाडे वर्गा सज्जन रोज़ अंम੍ਰਿਤ वेले उठना, उसने उसकी पत्नी भी बहुत सारे गुरु के सिख रल के पानियां दा आम नहीं सी ना प्रबंध का, खूह ते इशनान करना, खूह ते इशनान करके ते नाले ਉੱਚੀ ਉੱਚੀ सवेरे वाहिगुरू का जाप ਜਾਂ ਗੁਰਬਾਣੀ ਪੜ੍ਹਦੇ ਗਾਉਂਦੇ ਹੁੰਦੇ ਸੀ, ਕੋਈ ਨਾ ਕੋਈ ਪੰਕਤੀ ਜਾਣੀ ਉਹ ਪੜ੍ਹਨੀ। ਫਿਰ ਅੰਮ੍ਰਿਤ ਵੇਲੇ ਸਾਰਿਆਂ ਨੇ ਗੁਰੂ ਘਰ ਇਕੱਠੇ ਹੋਣਾ, ਗੁਰੂ ਰਾਮਦਾਸ ਪਿਤਾ ਦੇ ਪ੍ਰਕਾਸ਼ ਸਥਾਨ 'ਤੇ। ਇੱਥੇ ਨਾ ਜਦੋਂ ਇਹ ਅੰਮ੍ਰਿਤ ਵੇਲੇ ਉੱਠਦਾ ਸੀ, ਉੱਥੇ ਬਾਜ਼ਾਰ ਜਿੱਥੋਂ ਲੰਘਣਾ ਹੁੰਦਾ ਸੀ, ਇੱਕ ਹਿੰਦੂ ਵੀਰ ਸੀ ਕਿਸ਼ਨ ਚੰਦ, ਉਹਦਾ ਘਰ ਸੀ। ਉਹ ਸ਼ੂਮ ਬੜਾ ਸੀ, ਅਮੀਰ ਬੜਾ ਸੀ, ਪਰ ਸ਼ੂਮ ਬਹੁਤ ਸੀ। ਉਹ ਜਦੋਂ ਇਹਨਾਂ ਨੇ ਉੱਠਣਾ ਨਾ, ਇਹਨਾਂ ਨੇ ਲੰਘਣਾ, ਭਾਈ ਹਰਭਜਨ ਸਿੰਘ ਗੁਰੂ ਗੁਰੂ ਜਪਦਿਆਂ ਤੇ ਕਹਿੰਦੇ, ਉਦੋਂ ਕਿਸ਼ਨ ਚੰਦ ਨੂੰ ਜਾਗ ਆ ਜਾਣੀ। ਉਹਨੇ ਨੂੰਹਾਂ ਨੂੰ ਕਹਿਣਾ ਉੱਠੋ ਦਿਨ ਚੜ੍ਹ ਗਿਆ। ਉਹ ਵਿਚਾਰੀਆਂ ਉੱਠਣਾ ਨਹੀਂ ਸਨ ਚਾਹੁੰਦੀਆਂ, ਉਹਨਾਂ ਨੂੰ ਉੱਠਣਾ ਪੈਂਦਾ। ਉਹਨਾਂ ਨੂੰ ਆਖਿਆ ਪੋਚਾ ਮਾਰੋ, ਜੋ ਵੀ ਘਰ ਦੀ ਸਫਾਈ ਕਰੋ। ਦਿਨ ਚੜ੍ਹਨ ਤੋਂ ਪਹਿਲਾਂ ਬੜੀਆਂ ਤੰਗ ਨੂੰਹਾਂ ਦੋਵੇਂ ਕਹਿਣ ਲੱਗੇ ਕਿ ਤੇ ਸਹੁਰਾ ਤੰਗ ਕਰਦਾ ਹੈ, ਜੇ ਉਹ ਗਲੀ 'ਚੋਂ ਨਾ ਲੰਘੇ ਗੁਰੂ ਕਾ ਸਿੱਖ ਤੇ ਨਾ ਇਹਨੂੰ ਜਾਗ ਆਵੇ ਤੇ ਨਾ ਸਾਨੂੰ ਸਵੇਰੇ ਸਵੇਰੇ ਉੱਠਣਾ ਪਵੇ, ਤੰਗ ਬੜੀਆਂ। ਇੱਕ ਦਿਨ ਗੁੱਸੇ 'ਚ ਆ ਕੇ ਨਾ ਪਰੋਲਾ ਪੋਚਾ ਮਾਰਦੀਆਂ ਸਨ ਕੱਪੜੇ ਦਾ, ਉਹ ਹੀ ਚੁੱਕ ਜਦੋਂ ਲੰਘਿਆ ਨਾ ਭਾਈ ਹਰਭਜਨ ਸਿੰਘ, ਚੁੱਕ ਕੇ ਉਹਦੇ ਸਿਰ 'ਚ ਮਾਰਿਆ। ਭਾਈ ਹਰਭਜਨ ਸਿੰਘ ਸੁੱਝ ਗਈ ਪਈ ਕਹਾਣੀ ਕੋਈ ਹੋਰ। ਉਹਨੇ ਉਹ ਪੋਚਾ ਜਿਹਾ ਪਕੜ ਲਿਆ, ਉਹਨੂੰ ਸੁਕਾਇਆ, ਸੁਕਾ ਕੇ ਉਹਦੀਆਂ ਬੱਤੀਆਂ ਬਣਾਈਆਂ। ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਪੁਰਬ ਆ ਗਿਆ। ਗੁਰਪੁਰਬ 'ਤੇ ਉਹਨੇ ਨਾ ਦੀਵੇ ਬਣਾ ਕੇ, ਉਸੇ ਕੱਪੜੇ ਦੀਆਂ ਬੱਤੀਆਂ ਬਣਾ ਕੇ ਜਦੋਂ ਦੀਵੇ ਬਾਲੇ ਤੇ ਜਗਾ ਕੇ ਅਰਦਾਸ ਹੋਈ ਸੰਗਤ ਵਿੱਚ। ਅਰਦਾਸ ਹੋਈ, ਗੁਰੂ ਰਾਮਦਾਸ ਪਿਤਾ ਜੀ ਹੋਰਾਂ ਨੇ ਵੀ ਸੇਵਾ ਕੀਤੀ। ਇਹ ਕਿਸ਼ਨ ਚੰਦ ਦੇ ਪਰਿਵਾਰ ਵੱਲੋਂ ਅੱਜ ਦੀਵੇ ਜਗਾਉਣ ਦੀ ਸੇਵਾ ਲਈ ਗਏ, ਸੇਵਾ ਥਾਈ ਪਾਣੀ। ਉਹਨਾਂ ਦੇ ਪਰਿਵਾਰ ਨੂੰ ਗੁਰਸਿੱਖੀ ਬਖਸ਼ਣੀ। ਗੁਰੂ ਕੇ ਪਿਆਰਿਓ, ਇਹ ਖਬਰ ਕਿਸ਼ਨ ਚੰਦ ਕੋਲ ਗਏ। ਮੈਂ ਨਾ ਸ਼ੂਮ ਬੰਦਾ, ਮੈਂ ਕਿੱਥੇ ਸੇਵਾ ਕਰਨੀ ਸੀ, ਤੇਲ ਦਿਆਂ, ਮੈਂ ਦੀਵਿਆਂ ਦਾ ਪੈਸਾ ਲਾਵਾਂ। ਕਹਿ ਲੱਗੇ ਤੇਰੀ ਅਰਦਾਸ ਹੋਈ ਹੈ, ਪਤਾ ਨਾ ਲੱਗਾ। ਕਹਾਣੀ ਜਦੋਂ ਖੁੱਲ੍ਹੀ, ਕਹਿਣ ਲੱਗੇ ਜਿਹੜਾ ਗੁੱਸੇ ਵਿੱਚ ਨੂੰਹਾਂ ਨੇ ਪੋਚਾ ਮਾਰਿਆ ਸੀ, ਗੁਰੂ ਕੇ ਸਿੱਖ ਨੇ ਗੁੱਸਾ ਕਰਨ ਦੀ ਬਜਾਏ ਪਰਉਪਕਾਰ ਕੀਤਾ। ਇਹਨਾਂ ਨੂੰ ਅਜੇ ਪਤਾ ਨਹੀਂ, ਬੁੱਧ ਨਹੀਂ ਚੰਗੀ। ਗੁਰੂ ਨੇ ਕਿਹਾ ਸੀ ਨਾ ਕੁਬੁੱਧ ਕਰਨ ਤੇ ਬੁੱਧ ਹਟਾਏ, ਉਹ ਗੁਰਸਿੱਖਾਂ ਨੂੰ ਮਿਲੇ। ਕਹਿਣ ਲੱਗੇ ਆਖਿਆ ਇਹਨਾਂ ਦਾ ਵੀ ਭਲਾ ਕਰਨਾ ਏ। ਉਹ ਕੱਪੜਾ ਸੁਕਾਇਆ, ਬੱਤੀਆਂ ਬਣਾਈਆਂ, ਤੁਹਾਡੇ ਘਰੋਂ ਆਇਆ ਸੀ ਨਾ, ਭਾਵੇਂ ਜਿਵੇਂ ਆਇਆ, ਅਰਦਾਸ ਹੋ ਗਈ। ਕਿਸ਼ਨ ਚੰਦ ਤੇ ਪਰਿਵਾਰ ਇੰਨਾ ਪ੍ਰਭਾਵਿਤ ਰੋਇਆ। ਅਸੀਂ ਕੀ ਸੋਚਦੇ ਹਾਂ ਤੇ ਇਹ ਕੀ ਕਰਦੇ। ਸਾਰੇ ਪਰਿਵਾਰ ਨੇ ਅੰਮ੍ਰਿਤ ਦੀ ਦਾਤ ਲਈ ਤੇ ਸਿੰਘ ਬਣ ਗਏ। ਕਹਿਣ ਲੱਗੇ ਅੱਜ ਗੁਰਪੁਰਬ ਮਨਾਇਆ ਗਿਆ ਹੈ। ਗੁਰਪੁਰਬ ਮਨਾਉਣਾ, ਕਿਸੇ ਦਾ ਪਰਉਪਕਾਰ ਕਰਕੇ ਭਲਾ ਕਰਨਾ, ਸਤਿਗੁਰੂ ਦੀ ਖੁਸ਼ੀ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਪੁਰਬ ਦੀਆਂ ਦੋ ਗੱਲਾਂ ਇਹਨੇ ਚਰਚ। ਇੱਕ ਸੁਜਾਨ ਰਹਿ ਵੈਦ ਖੋਜਿਆ ਹੈ, ਲਾਹੌਰ ਦਾ ਸੀ ਤਕੜਾ ਵਿਦਵਾਨ, ਤੇ ਰੱਬ ਦੀ ਵੀ ਉਸ ਨੂੰ ਬੜੀ ਚਾਹਨਾ ਸੀ। ਬਹੁਤ ਚਾਵਾਂ ਨਾਲ ਅਨੰਦਪੁਰ ਸਾਹਿਬ ਆਇਆ। ਉਹਦੀ ਲੰਬੀ ਚੌੜੀ ਗਾਥਾ ਪਿੱਛੇ ਛੱਡਦਾ, ਜਦੋਂ ਪਹੁੰਚਿਆ ਨਾ, ਪੂਰਾ ਪਿਆਰ ਵਿੱਚ ਰੰਗਿਆ ਹੋਇਆ। ਸਤਿਗੁਰਾਂ ਬੁਲਾਇਆ ਨੇ, ਜਦੋਂ ਬੇਨਤੀਆਂ ਕੀਤੀਆਂ ਸੰਗਤ ਨੇ ਤੇ ਕਿਹਾ ਇੱਥੋਂ ਚਲਾ ਜਾ। ਉਹ ਸਮਝ ਗਿਆ ਵੀ ਸਤਿਗੁਰਾਂ ਨੇ ਕੀ ਕਿਹਾ ਹੈ। ਪੁੱਛਿਆ ਨਹੀਂ ਵੀ ਗੁੱਸੇ ਨੇ, ਨਹੀਂ ਪਤਾ ਗੁਰੂ ਸਾਹਿਬ ਤੇ ਭਲਾ ਕਰਦੇ। ਰੋਪੜ ਕੋਲ ਗਿਆ, ਅੰਦਰੋਂ ਆਵਾਜ਼ ਆਈ ਇੱਥੇ ਬਹਿ, ਲੋਕਾਂ ਦੀ ਸੇਵਾ ਕਰ, ਸਾਡੀ ਖੁਸ਼ੀ ਇਹਦੇ 'ਚ ਹੈ। ਉੱਥੇ ਸੇਵਾ ਕਰੇ, ਲੋਕਾਂ ਨੂੰ ਆਰਾਮ ਬੜਾ ਆਵੇ। ਅੰਦਰ ਸੀ ਗੁਰੂ ਨਾਲ ਪਿਆਰ। ਉਧਰੋਂ ਸਾਹਿਬਾਂ ਦਾ ਆਈ ਪ੍ਰਕਾਸ਼ ਪੁਰਬ ਆ ਗਿਆ। ਸਾਰੀ ਸੰਗਤ ਪਹੁੰਚ ਰਹੀ ਸੀ ਅਨੰਦਪੁਰ ਸਾਹਿਬ ਨੂੰ, ਪਰ ਸਤਿਗੁਰੂ ਕਹਿੰਦੇ ਅਸੀਂ ਪ੍ਰਕਾਸ਼ ਪੁਰਬ ਅੱਜ ਸੁਜਾਨ ਰਹਿ ਵੈਦ ਦੀ ਝੌਂਪੜੀ ਵਿੱਚ ਜਾ ਕੇ ਆਪਣਾ ਮਨਾਉਣਾ ਹੈ। ਸਮਝ ਕੋਈ ਨਾ ਆਈ। ਸੰਗਤ ਨੂੰ ਖਬਰ ਹੋ ਕਿ ਰੋਪੜ ਦਿਆਂ ਨੂੰ, ਸੁਜਾਨ ਰਹਿ ਨੂੰ ਵੀ ਖਬਰ ਆ ਗਈ ਵੀ ਮਹਾਰਾਜ ਆ ਰਹੇ ਨੇ, ਸੰਗਤ ਨੂੰ ਦਰਸ਼ਨ ਦੇਣ ਆ ਰਹੇ ਨੇ ਰੋਪੜ ਦੇ ਨੂੰ। ਸੁਜਾਨ ਰਹਿ ਤੇ ਖੁਸ਼ ਬੜੇ ਖਾਨ ਤੇ ਉੱਥੇ ਇੱਕ ਪਰਚਾ ਪਾਇਆ ਸਾਨੂੰ ਮੱਤਾਂ ਦੇਣ ਲਈ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਉਧਰੋਂ ਖਬਰ ਆ ਗਈ ਵੀ ਮਹਾਰਾਜ ਆ ਰਹੇ ਨੇ। ਉਧਰੋਂ ਇੱਕ ਮਾਈ ਆ ਗਈ, ਉਹਦੀ ਆਪਣਾ ਪਰਚਾ ਸੀ। ਕਹਿਣ ਲੱਗੀ ਵੇ ਵੈਦਾ, ਮੇਰੀ ਨੂੰਹ ਬਹੁਤ ਬਿਮਾਰ ਏ, ਤੂੰ ਘਰ ਚੱਲ ਦਵਾਈ ਦੇ, ਆਉਣ ਜੋਗੀ ਨਹੀਂ ਹੋ।
ਉਹ ਕਹਿਣ ਲੱਗੇ ਸਤਿਗੁਰੂ ਜੀ ਨੇ ਆਉਣਾ ਏ, ਇਸ ਲਈ ਮੈਂ ਜਾ ਨਹੀਂ ਸਕਦਾ। ਕਹਿਣ ਲੱਗੀ ਜੇ ਤੂੰ ਨਾ ਗਿਆ, ਨੂੰਹ ਨੂੰ ਕੁਛ ਹੋ ਗਿਆ, ਮੇਰੇ ਪੋਤਰੇ ਰੁਲ ਜਾਣਗੇ, ਮੇਰਾ ਬੁਢਾਪਾ ਰੁਲ ਜਾਏਗਾ, ਰੱਬ ਦਾ ਵਾਸਤਾ ਹੀ ਚੱਲ। ਸੁਜਾਨਦੇ ਕਹਿੰਦਾ ਹੁਣ ਗੁਰੂ ਸਾਹਿਬ ਨੇ ਆਉਣਾ ਏ, ਉਹਨਾਂ ਨੂੰ ਜੀ ਆਇਆ ਕਵਾਂ ਕਿ ਉਹਨਾਂ ਦੇ ਹੁਕਮ ਨੂੰ ਜੀ ਆਇਆ ਕਵਾਂ। ਹੁਕਮ ਹੈ ਸੇਵਾ ਕਰਨ ਦਾ, ਆਪ ਆ ਰਹੇ ਨੇ, ਚਲਾ ਗਿਆ ਸੇਵਾ ਕਰਨ। ਪਿੱਛੋਂ ਸਤਿਗੁਰੂ ਜੀ ਆਏ, ਸ਼ਮਿਆਨੇ ਜੀ ਤੇ ਸੰਗਤ ਨੇ ਲਾਏ, ਉੱਥੇ ਨਹੀਂ ਗਏ। ਜਿਸ ਝੌਂਪੜੀ ਵਿੱਚ ਸਿੰਪਲ ਜੀ 'ਚ ਬੈਠਦਾ ਸੀ ਸੁਜਾਨ ਰਾਏ, ਉੱਥੇ ਜਾ ਕੇ ਬੈਠੇ। ਪਤਾ ਲੱਗਾ ਸੁਜਾਨ ਰਾਏ ਨੂੰ ਦਵਾਈ ਦੇ ਕੇ ਮੁੜਿਆ, ਦੌੜ ਕੇ ਚਰਨਾਂ ਤੇ ਡਿੱਗਾ। ਕਹਿਣ ਲੱਗਾ ਗਰੀਬ ਨਵਾਜ਼, ਸ਼ਾਮਿਆਨਿਆਂ 'ਚ ਬੈਠਣ ਵਾਲੇ ਗਰੀਬ ਦੀ ਝੌਂਪੜੀ 'ਚ ਆ ਕੇ ਕਿਵੇਂ ਬਹਿ ਗਏ ਨੇ, ਉੱਥੇ ਚੱਲੋ। ਸਤਿਗੁਰੂ ਜੀ ਨੇ ਕਿਹਾ ਸੀ ਅੱਜ ਗੁਰਪੁਰਬ ਏ। ਗੁਰਪੁਰਬ ਦਾ ਮਤਲਬ ਹੁੰਦਾ ਉਹ ਕੰਮ ਕਰਨਾ ਜਿਹਦੇ ਨਾਲ ਗੁਰੂ ਖੁਸ਼ ਹੋਵੇ, ਗੁਰੂ ਸਦਾ ਲਈ ਸਿੱਖ ਦੇ ਹਿਰਦੇ ਵਿੱਚ ਆ ਕੇ ਬਹਿ ਜਾਵੇ। ਸੁਜਾਨ ਡਿਆ, ਸੁਜਾਨ ਰਾਏ ਤੇਰੇ ਵਰਗੀਆਂ ਪਵਿੱਤਰ ਆਤਮਾਵਾਂ ਜਦੋਂ ਮਨੁੱਖਤਾ ਦੀ ਸੇਵਾ ਕਰਨੀਆਂ, ਹੁਕਮ ਨੂੰ ਮੰਨਦੀਆਂ ਨੇ, ਉਹਨਾਂ ਦੀ ਝੌਂਪੜੀ ਤੇ ਉਹਨਾਂ ਦੇ ਹਿਰਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਦਾ ਬੈਠਣਾ ਪ੍ਰਕਾਸ਼ ਪੁਰਬ ਆ ਜਾਂਦਾ ਹੈ। ਕਹਿੰਦੇ ਅੱਜ ਪੁਰਬ ਜੇ ਇਹੋ ਜਿਹੀ ਇੱਕ ਨਹੀਂ, ਅਨੇਕਾਂ ਘਟਨਾਵਾਂ ਸੰਗਤ ਨੂੰ ਦੱਸਣਾ ਸੀ। ਆਓ ਗੁਰੂ ਕੇ ਪਿਆਰਿਓ, ਅੰਮ੍ਰਿਤ ਧਾਰੀ ਵੀ ਖੋਈਏ, ਦੂਸਰਿਆਂ ਦਾ ਭਲਾ ਕਰਨ ਲਈ ਜਦੋਂ ਵੀ ਸਬੱਬ ਬਣੇ ਉਹ ਕਰੀਏ। ਉਹਦੇ ਨਾਲ ਸਤਿਗੁਰੂ ਜੀ ਆਪ ਆ ਕੇ ਮੇਰਾ ਦੇ ਕੇ ਨਿਵਾਜਦੇ ਤੇ ਹਿਰਦਿਆਂ ਵਿੱਚ ਪ੍ਰਕਾਸ਼ਮਾਨ ਹੁੰਦੇ ਨੇ। ਕਲਗੀਆਂ ਵਾਲਾ ਘਰ ਘਰ ਦੇ ਅੰਦਰ ਨਾਮ ਦੀ ਜੋਤ ਜਗਾਵੇ, ਪੁਰਬ ਮਨਾਏ ਜਾਣ। ਸਾਰੇ ਸਤਿਗੁਰੂ ਜੀ ਨੂੰ ਨਮਸਕਾਰ ਕਰੋ ਤੇ ਪਿਆਰ ਨਾਲ ਆਖੋ ਜੀ ਵਾਹਿਗੁਰੂ 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 ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਸੁਖ ਕਰ ਆਇਆ, ਜਨ ਸਾਰੀ ਸੰਗਤ ਨੂੰ ਮੇਰੇ ਸਾਹਿਬਾਂ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਸਭਨਾਂ ਨੂੰ ਆਪਣੇ ਦਰੋਂ ਕਰੋ, ਖੁਸ਼ੀਆਂ ਖੇੜੇ ਪਰਸਪਰ ਪਿਆਰ ਬਖਸ਼ਿਸ਼ ਕਰਨ। ਇਨੀ ਬਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਜਾਪ ਟਰੱਕਿੰਗ ਤੋਂ ਕੁਲਦੀਪ ਸਿੰਘ ਵੜੈਚ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।